ਵਾਹਿਗੁਰੂ 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 ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨਾ ਕਜ ਬੰਧਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗੁਣ ਗਾਉ। ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੀ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ 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 ਸੀਸਾ ਮਨੋ ਬਾਰ ਬਾਰ ਜਗਦੀਸਾ। ਏਕ ਓੰਕਾਰਾ ਸਤਿਗੁਰੂ ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜਾ ਕੀ ਵਾਹਿਗੁਰੂ ਫਤਿਹ ਵਿਘਨ ਹੈ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਹੈ ਵਿਨਾਸ਼ਨ ਸੋਏ। ਦੋਹਰਾ ਨੌਰਾ ਸੁਰਸਰ ਬਕਰ ਗਤ ਗੁਣੀ ਨਾ ਔਗਣ ਜਾਨ। ਸਾਦਰ ਸੋਤੈ ਮੈਂ ਸਦਾ ਕਰ ਹੈ ਪਾਨ ਇਸ਼ਨਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਪਣ ਕਰ ਰਹੇ ਹਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼। ਪਿੱਛੇ ਸਰਪਣ ਕੀਤਾ ਜਿਸ ਵੇਲੇ ਉਹਨਾਂ ਦਾ ਦੁਨੀਆ ਵਿੱਚ ਆਗਮਨ ਹੋਇਆ ਤੇ ਦੁਨੀਆ ਦੀ ਕੀ ਹਾਲਤ ਸੀ, ਕੈਸਾ ਮਾਹੌਲ ਸੀ। ਰਾਜੇ ਸ਼ੀਹੀ ਮੁਕੱਦਮ ਕੁੱਤੇ ਵਾਲੀ ਹਾਲਤ ਬਾਬੇ ਨਾਨਕ ਨੇ ਆਪ ਦੇਖੀ ਤੇ ਬਿਆਨ ਕੀਤੀ। ਕੂੜ ਦੀ ਮੱਸਿਆ ਫੈਲੀ ਹੋਈ ਸੀ, ਝੂਠ ਦਾ ਬੋਲਬਾਲਾ ਸੀ। ਮਤਲਬ ਕੂੜ ਅਮਾਵ ਸੱਚ ਚੰਦਰਮਾ ਦਿਸੈ ਨਾਹੀ ਕਹਿ ਚੜਿਆ, ਦਿਸੈ ਨਾਹੀ ਕਹਿ ਚੜਿਆ ਹੋ ਭਾਲ ਬਿਕੁੰਨੀ ਹੋਈ ਅੰਧੇਰਾ ਰਾਹੋ ਨਾ ਕੋਈ। ਬਾਬਾ ਨਾਨਕ ਜੀ ਕਹਿੰਦੇ ਮੈਂ ਸੱਚ ਲੱਭਦਾ ਫਿਰਦਾ ਤੇ ਮੈਨੂੰ ਕਿਤੇ ਸੱਚ ਲੱਭਦਾ ਨਹੀਂ। ਐਸੀ ਹਾਲਤ ਉਸ ਵੇਲੇ ਬਾਬੇ ਨਾਨਕ ਨੇ ਦੇਖੀ ਤੇ ਆਪਣੀ ਬਾਣੀ ਵਿੱਚ ਬਿਆਨ ਕੀਤੀ। ਹੁਣ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਕਿਵੇਂ ਹੁੰਦਾ, ਭਾਵ ਉਹਨਾਂ ਦਾ ਜਨਮ ਕਿਵੇਂ ਹੁੰਦਾ, ਇਹ ਕਥਾ ਆਰੰਭ ਹੋਣ ਲੱਗੀ ਆ। ਪਿੱਛੇ ਭਾਈ ਸਾਹਿਬ ਜੀ ਨੇ ਪੱਤਰੀ ਲਿਆਂਦੀ ਸੀ, ਇੱਕ ਧੰਨ ਗੁਰੂ ਅੰਗਦ ਦੇਵ ਜੀ ਨੇ ਮੰਗਵਾਈ ਸੀ, ਕਿਉਂਕਿ ਗੁਰੂ ਅੰਗਦ ਦੇਵ ਜੀ ਦੀ ਇੱਛਾ ਹੋਈ ਸੀ ਵੀ ਮੇਰੇ ਮਾਲਕ ਜਿਨ੍ਹਾਂ ਨੇ ਮੈਨੂੰ ਇਤਨਾ ਗਿਆਨ ਬ੍ਰਹਮ ਗਿਆਨ ਬਖਸ਼ਿਸ਼ ਕੀਤਾ ਹੈ ਔਰ ਮੈਂ ਉਸ ਮਾਲਕ ਦੀ ਉਸ ਗੁਰੂ ਦੀ ਜੀਵਨੀ ਲਿਖਣੀ ਚਾਹੁੰਦਾ ਹਾਂ। ਕੋਈ ਲਿਖਾਉਣ ਵਾਲਾ ਹੋਵੇ ਤੇ ਕੁਦਰਤ ਨੇ ਕਿਰਪਾ ਕੀਤੀ, ਇਹਨਾਂ ਨੂੰ ਬਾਹਰ ਫੜ ਕੇ ਬਿਠਾ ਦਿਓ, ਬੈਠਿਆ ਨਹੀਂ ਜਾਂਦਾ। ਤਾਂ ਕੁਦਰਤ ਨੇ ਕਿਰਪਾ ਕੀਤੀ, ਉਸ ਵੇਲੇ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਭਾਈ ਬਾਲਾ ਜੀ ਦਾ ਮਿਲਾਪ ਕਰਵਾ ਦਿੱਤਾ।
ਤੇ ਭਾਈ ਬਾਲਾ ਜੀ ਪਹੁੰਚ ਗਏ, ਗੱਲਬਾਤ ਚੱਲੀ, ਪਤਾ ਲੱਗਿਆ ਵੀ ਇਹ ਉਹ ਹਨ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਗਤ ਕੀਤੀ ਆ। ਬੜੀ ਖੁਸ਼ੀ ਹੋਈ। ਉਸ ਤੋਂ ਬਾਅਦ ਭਾਈ ਸੰਤੋਖ ਸਿੰਘ ਜੀ ਨੇ ਉਹ ਪੱਤਰੀ ਲਿਆ ਕੇ ਕਥਾ ਲਿਖਣੀ ਸ਼ੁਰੂ ਕੀਤੀ ਆ। ਹੁਣ ਗੱਲ ਚੱਲਦੀ ਆ ਉਸ ਸਿਰੇ ਤੋਂ ਜਿੱਥੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੁੰਦਾ ਹੈ 1469 ਈਸਵੀ ਵਿੱਚ ਰਾਏ ਭੋਏ ਕੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਮਾਤਾ ਤ੍ਰਿਪਤਾ ਜੀ ਦੇ ਕੁੱਖੋਂ ਮਹਿਤਾ ਕਲਿਆਣ ਦਾ ਛੋਟਾ ਨਾਮ ਮਹਿਤਾ ਕਾਲੂ ਜੀ ਦੇ ਘਰ। ਔਰ ਕੱਲ ਆਪਾਂ ਸਰਵਣ ਕੀਤਾ ਹੈ ਜਿਹੜੀ ਮਾਈ ਦੌਲਤਾਂ ਦਾਈ ਸੇਵਾ ਕਰ ਰਹੀ ਹੈ ਮਾਤਾ ਤ੍ਰਿਪਤਾ ਜੀ ਦੀ, ਉਸ ਵੇਲੇ ਜਦ ਜਨਮ ਹੋਇਆ ਹੈ ਉਹ ਬੜੀ ਹੈਰਾਨ ਹੋਈ ਹੈ ਵੀ ਸਾਰੇ ਬੱਚੇ ਜਿਹੜੇ ਜੰਮਦੇ ਆ ਨਾ ਉਹ ਰੋਂਦੇ ਆ, ਪਰ ਇਸ ਬੱਚੇ ਨੇ ਜਨਮ ਲੈ ਕੇ ਮੁਸਕਰਾਉਣਾ ਕੀਤਾ, ਹੱਸਣਾ ਕੀਤਾ। ਜਦੋਂ ਇਹਦਾ ਜਨਮ ਹੋਇਆ ਇਹਦੇ ਚਿਹਰੇ ਦੀ ਇੰਨੀ ਲਾਲੀ ਇੰਨੀ ਚਮਕ ਹੈ ਸੂਰਜ ਦੀ ਨਿਆਈ ਕਿ ਅੰਦਰ ਜਗਾਏ ਹੋਏ 7-8 ਦੀਵੇ ਉਹਨਾਂ ਦੀ ਰੋਸ਼ਨੀ ਘਟ ਗਈ, ਮਗਰ ਫਿੱਕੀ ਪੈ ਗਈ। ਇਹ ਵਿਚਾਰਾਂ ਪਿਛਲੇ ਦਿਨੀ ਆਪਾਂ ਸਰਵਣ ਕੀਤੀਆਂ ਸਨ। ਫਿਰ ਮਾਤਾ ਜੀ ਨੇ ਦੌਲਤਾ ਦਾਈ ਨੇ ਬਾਹਰ ਆ ਕੇ ਮਹਿਤਾ ਕਾਲੂ ਜੀ ਨੂੰ ਦੱਸਿਆ ਕਿ ਮਹਿਤਾ ਜੀ ਵਧਾਈਆਂ ਹੋਣ, ਤੁਹਾਡੇ ਘਰ ਪੁੱਤਰ ਹੋਇਆ, ਖੁਸ਼ੀਆਂ ਮਨਾਓ। ਮਹਿਤਾ ਜੀ ਇਸ਼ਨਾਨ ਕਰਦੇ ਆ, ਇਸ਼ਨਾਨ ਕਰਕੇ ਫਿਰ ਪਰਮੇਸ਼ਰ ਦਾ ਸ਼ੁਕਰੀਆ ਕਰਦੇ ਆ, ਫਿਰ ਆਪਣੇ ਇੱਕ ਨੌਕਰ ਨੂੰ ਬੁਲਾਉਂਦੇ। ਕੋਈ ਵੀ ਹੋ ਸਕਦਾ ਹੈ, ਸੇਵਾਦਾਰ, ਕੋਈ ਨੌਕਰ, ਕੋਈ ਘਰ ਦਾ ਮਨੁੱਖ। ਉਹਨੂੰ ਕਹਿੰਦੇ ਆ ਜਾ ਤੂੰ ਪੰਡਤ ਹਰਦਿਆਲ ਨੂੰ ਸੱਦ ਕੇ ਲਿਆ, ਪੜ੍ਹਿਆ ਲਿਖਿਆ ਬੰਦਾ, ਉਹਦੇ ਕੋਲੋਂ ਬੱਚੇ ਦੀ ਜਨਮ ਪੱਤਰੀ। ਜਨਮ ਪੱਤਰੀ ਦਾ ਸਾਨੂੰ ਇਹ ਨਹੀਂ ਸਮਝ ਆਉਂਦੀ ਹੁੰਦਾ ਕੀ ਹੈ, ਜਨਮ ਪੱਤਰੀ ਡੇਟ ਆਫ ਬਰਥ ਹੀ ਹੈ। ਉਦੋਂ ਪੜ੍ਹੇ ਲਿਖੇ ਲੋਕ, ਭਾਵੇਂ ਕਿ ਹਰਦਿਆਲ ਜੀ ਵੀ ਪੜ੍ਹੇ ਲਿਖੇ ਆ, ਮਹਿਤਾ ਕਾਲੂ ਜੀ ਵੀ ਪਟਵਾਰ ਦਾ ਕੰਮ ਕਰਦੇ ਆ, ਪਰ ਇਹ ਸ਼ੁਭ ਕੰਮ ਅਸੀਂ ਧਾਰਮਿਕ ਬੰਦੇ ਤੋਂ ਕਰਾਉਣੇ ਆ। ਵਿਆਹ ਦੀ ਚਿੱਠੀ ਲਿਖਣੀ ਹੋਵੇ, ਬੱਚੇ ਦਾ ਜਨਮ ਹੋਇਆ ਉਹਦਾ ਲਿਖਣਾ ਹੋਵੇ, ਡੇਟ ਆਫ ਬਰਥ ਆਦਿ, ਜਨਮ ਪੱਤਰੀ। ਅੱਜ ਵੀ ਅਸੀਂ ਗ੍ਰੰਥੀ ਸਿੰਘ ਨੂੰ ਆ ਕੇ ਪੁੱਛਦੇ ਆ, ਬਾਬਾ ਜੀ ਕੋਈ ਵਧੀਆ ਸਮਾਂ ਦੱਸੋ। ਸਮੇਂ ਸਾਰੇ ਵਧੀਆ ਹੁੰਦੇ ਆ। ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉੱਪਰ ਏਕੰਕਾਰ। ਉਹਨਾਂ ਸਮਿਆਂ ਵਿੱਚ ਪੰਡਤਾਂ ਦਾ ਬੋਲਬਾਲਾ ਸੀ ਤੇ ਮਹਿਤਾ ਜੀ ਨੇ ਹਰਦਿਆਲ ਪੰਡਤ ਨੂੰ ਸੱਦਿਆ। ਉਹ ਕਿਸ ਤਰ੍ਹਾਂ ਸਾਰਾ ਲਿਖਦਾ, ਭਾਈ ਬਾਲਾ ਜੀ ਇਹ ਸੁਣਾਉਂਦੇ ਆ ਸਾਰੀ ਹੱਡ ਬੀਤੀ ਜੋ ਉਹਨਾਂ ਨੇ ਆਪਣੇ ਜੀਵਨ ਵਿੱਚ ਬਾਬੇ ਨਾਨਕ ਜੀ ਦੇ ਨਾਲ ਵਿਚਰ ਕੇ ਦੇਖਿਆ, ਉਹ ਅੱਜ ਲਿਖਾਉਣਾ ਸ਼ੁਰੂ ਕਰ ਦੇਣ। ਆਓ ਇਸ ਕਥਾ ਨੂੰ ਆਰੰਭ ਕਰੀਏ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ, ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਨੌਰਾ ਸੁਰਸਰ ਬਕਰਗਤ ਕੁੜੀ ਨਾ ਔਗਣ ਜਾਨ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਵੀ ਕਥਾ ਆਰੰਭ ਕਰਨ ਤੋਂ ਪਹਿਲਾਂ ਇੱਕ ਨਾ ਸਾਥੋਂ ਸਾਰਿਆਂ ਤੋਂ ਸੰਗਤਾਂ ਤੋਂ ਗੁਣੀਆਂ ਗਿਆਨੀਆਂ ਤੋਂ ਨਾ ਇੱਕ ਆਗਿਆ ਮੰਗਦੇ ਆ ਤੇ ਲਿਖਣ ਤੋਂ ਪਹਿਲਾਂ ਇੱਕ ਮਾਫੀ ਮੰਗਦੇ। ਕਹਿੰਦੇ ਵੇਖੋ ਵੀ ਮੈਂ ਕਥਾ ਲਿਖਣ ਤਾਂ ਲੱਗਿਆ ਜੀਵਨੀ ਬਾਬੇ ਨਾਨਕ ਦੀ, ਕਿਉਂਕਿ ਇਹਦੇ ਕੋਲੇ ਜਿਹੜਾ ਗੁਰੂ ਪਿਆਰਿਓ ਇਤਿਹਾਸ ਲਿਖਿਆ ਭਾਈ ਸੰਤੋਖ ਸਿੰਘ ਨੇ, ਉਸਨੇ ਸਾਖੀ ਪੜ੍ਹੀ ਆ ਭਾਈ ਬਾਲਾ ਜੀ ਵਾਲੀ ਜਾਂ ਹੋਰ ਇਤਿਹਾਸ ਪੜ੍ਹਿਆ। ਸਾਰਾ ਇਤਿਹਾਸ ਇਕੱਠਾ ਕਰਕੇ ਫਿਰ ਭਾਈ ਸੰਤੋਖ ਸਿੰਘ ਨੇ ਛੰਦਾਬੰਦੀ ਵਿੱਚ ਕੀਤਾ। ਕਹਿਣ ਲੱਗਿਆ ਮੈਂ ਕਥਾ ਲਿਖਣ ਲੱਗਿਆ ਬਾਬੇ ਨਾਨਕ ਦੀ, ਭਾਵੇਂ ਕਿ ਮੈਨੂੰ ਇੰਨਾ ਗਿਆਨ ਨਹੀਂ ਹੈ। ਇਹ ਨਿਮਰਤਾ ਦੀ ਗੱਲ ਹੈ, ਉਹਨਾਂ ਦੀ ਗਿਆਨ ਬਹੁਤ ਹੈ, ਇਹ ਕਥਾ ਨੂੰ ਪੜ੍ਹ ਕੇ ਪਤਾ ਲੱਗਦਾ, ਸੁਣ ਕੇ ਪਤਾ ਲੱਗਦਾ। ਕਹਿੰਦੇ ਪਰ ਮੈਨੂੰ ਇਹਨਾਂ ਗਿਆਨ ਨਹੀਂ ਹੈ ਤੇ ਗੁਣੀ ਲੋਕ ਗਿਆਨੀ ਲੋਕ ਜਿਹੜੇ ਹੈ ਮੈਨੂੰ ਮਾਫ ਕਰ ਦੇ ਜੇ ਕੋਈ ਸ਼ਬਦ ਉੱਚਾ ਨੀਵਾਂ ਮੈਥੋਂ ਲਿਖਿਆ ਜਾਵੇ। ਉਹਨੇ ਇਹ ਵੀ ਲਿਖਿਆ ਵੀ ਸੋਧ ਵੀ ਸਕਦੇ ਹੋ ਜੇ ਤੁਹਾਨੂੰ ਇਹ ਕੋਈ ਫਿੱਟ ਨਾ ਬੈਠੇ, ਪਰ ਇਹ ਕਥਾ ਤੁਹਾਡਾ ਭਲਾ ਕਰਨ ਵਾਲੀ ਹੈ। ਮੈਂ ਇਹ ਸੱਚ ਕਹਿਣਾ, ਜਿਵੇਂ ਨੌਰਾ ਸੁਰਸਰੀ ਬਕਰਗਤ ਗੁਣੀ ਨਾ ਔਗਣ ਜਾਨ, ਜਿਵੇਂ ਗੰਗਾ ਨਦੀ ਦੋ ਕਿਨਾਰਿਆਂ ਵਿੱਚ ਵਹਿੰਦੀ ਆ ਪਰ ਚੱਲਦੀ ਤਾਂ ਬਿੰਗੀ ਟੇਢੀ ਆ ਨਾ, ਕਿਤਨੇ ਮੋੜ ਪੈਂਦੇ ਹੋਣਗੇ, ਕਿਤਨੇ ਵਿੰਗ ਪੈਂਦੇ ਹੋਣਗੇ। ਉਸ ਨਦੀ ਦੇ ਵਿੱਚ ਜਦ ਕਾਸ਼ੀ ਚੋਂ ਲੰਘਦੀ ਆ, ਜਿੱਥੇ ਆ ਕੇ ਲੋਕ ਕਹਿੰਦੀ ਆ ਗੰਗਾ ਉਧਾਰ ਕਰਦੀ ਆ, ਜਾਂ ਪਿੱਛੋਂ ਜਿੱਥੋਂ ਪਹਾੜਾਂ ਚੋਂ ਨਿਕਲ ਰਹੀ ਆ, ਜਾਂ ਜਿੱਥੇ ਅੱਗੇ ਜਾ ਰਹੀ ਆ। ਹੁਣ ਕੋਈ ਵੀ ਨਦੀ ਕਿਨਾਰੇ ਸਿੱਧੇ ਤਾਂ ਜਾਂਦੇ ਨਹੀਂ, ਜਿਵੇਂ ਧਰਤੀ ਹੁੰਦੀ ਆ ਉਵੇਂ ਵਿੰਗ ਵੱਲ ਪਾ ਕੇ ਉਹ ਪਾਣੀ ਲੰਘਾਇਆ ਜਾਂਦਾ। ਭਾਈ ਸਾਹਿਬ ਜੀ ਕਹਿੰਦੇ ਜਿਵੇਂ ਸਿਆਣੇ ਬੰਦੇ ਗੰਗਾ ਭਾਵੇਂ ਬਿੰਗੀ ਟੇਢੀ ਚੱਲ ਰਹੀ ਹੈ
ਪਰ ਇਸ ਦੋਸ਼ ਨੂੰ ਕੋਈ ਗ੍ਰਹਿਣ ਨਹੀਂ ਕਰਦਾ, ਅਣਦੇਖਿਆ ਕਰ ਦਿੰਦਾ ਹੈ। ਬਸ ਇਹ ਮੰਨਦਾ ਹੈ ਕਿ ਗੰਗਾ ਜਿਹੜੀ ਹੈ ਸੰਸਾਰ ਦੀ ਮੁਕਤੀ ਕਰਦੀ ਹੈ। ਹਿੰਦੂ ਮਤ ਦੇ ਖਿਆਲਾਂ ਮੁਤਾਬਕ ਬਾਬੇ ਨਾਨਕ ਨੇ ਤਾਂ ਗਿਆਨ ਦੀ ਗੰਗਾ ਚਲਾਈ ਹੈ। ਇਹ ਗੁਰਬਾਣੀ ਹੀ ਅਸਲੀ ਸਾਡਾ ਮਾਰਗਦਰਸ਼ਨ ਕਰਕੇ ਸਾਡੀ ਮੁਕਤੀ ਕਰਦੀ ਹੈ। ਪਰ ਸਿਆਣੇ ਬੰਦੇ ਜਿਵੇਂ ਉਸ ਗੰਗਾ ਦੀ ਵਿੰਗਟੇੜ ਨੂੰ ਦੇਖ ਕੇ ਉਸ ਤੇ ਕੋਈ ਸ਼ੰਕਾ ਨਹੀਂ ਕਰਦੇ, ਉਸੇ ਤਰ੍ਹਾਂ ਹੀ ਸਾਦਰ ਸੋਤੈ ਮੈਂ ਸਦਾ ਕਰਹਿ ਪਾਨ ਇਸ਼ਨਾਨ। ਸਤਿਕਾਰ ਸਹਿਤ ਗੰਗਾ ਵਿੱਚ ਇਸ਼ਨਾਨ ਕਰਕੇ ਆਪਣੇ ਆਪ ਨੂੰ ਸੁਭਾਗਾ ਸਮਝਦੇ ਆ। ਇਸੇ ਤਰ੍ਹਾਂ ਭਾਈ ਮੈਂ ਜੋ ਜੀਵਨ ਲਿਖਣ ਲੱਗਿਆ ਗੁਰੂ ਨਾਨਕ ਦੇਵ ਜੀ ਦਾ, ਮੇਰੇ ਸ਼ਬਦ ਜਿਹੜੇ ਹਨ ਮੈਨੂੰ ਇਹਨਾਂ ਗਿਆਨ ਨਹੀਂ ਆ, ਮੈਂ ਬੋਲਣ ਲੱਗਿਆ ਲਿਖਣ ਲੱਗਿਆ, ਤੁਸੀਂ ਇਹਨਾਂ ਨੂੰ ਪ੍ਰਵਾਨ ਕਰ ਲਿਓ। ਜੇ ਕੋਈ ਮੈਥੋਂ ਉੱਚਾ ਨੀਵਾ ਸ਼ਬਦ ਲਿਖਿਆ ਜਾਵੇ ਬੋਲਿਆ ਜਾਵੇ ਤਾਂ ਮੈਨੂੰ ਮਾਫ ਕਰ ਦਿਓ। ਭਾਈ ਸਾਹਿਬ ਸੰਤੋਖ ਸਿੰਘ ਜੀ ਕਵੀ ਸਵੇਰੇ ਕਥਾ ਲਿਖਦੇ ਸਨ ਤੇ ਸ਼ਾਮ ਨੂੰ ਇਸ ਵੇਲੇ ਦੀਵਾਨ ਸਜਦਾ ਕੈਂਥਲ ਦੇ ਵਿੱਚ ਰਾਜੇ ਨੇ ਖਰਚਾ ਕਰਕੇ ਲਿਖਵਾਈ ਆ ਉਹਨਾਂ ਦੇ ਕੋਲ, ਸੰਗਤਾਂ ਨੂੰ ਸੁਣਾਇਆ ਵੀ ਕਰਦੇ ਸੀ ਸ਼ਾਮਾਂ ਨੂੰ। ਆਓ ਇਸ ਕਥਾ ਨੂੰ ਭਾਈ ਸਾਹਿਬ ਜੀ ਅੱਗੇ ਫਿਰ ਭਾਈ ਬਾਲਾ ਜੀ ਦੇ ਮੁਖੋਂ ਕਿਵੇਂ ਸਰਵਣ ਕਰਾਉਂਦੇ ਆ ਆਰੰਭ ਕਰੀਏ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ, ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਕਹਿ ਬਾਲਾ ਸ਼੍ਰੀ ਅੰਗਦ ਸੁਣੀਐ, ਸ਼੍ਰੀ ਗੁਰ ਕਥਾ ਬਿਮਲ ਗੁਣ ਗੁਣੀਐ। ਹਾਂ, ਸਤਿਗੁਰੂ ਅੰਗਦ ਦੇਵ ਜੀ ਬਿਰਾਜਮਾਨ ਹੋ ਗਏ ਸਿੰਘਾਸਨ ਤੇ ਆ ਕੇ। ਭਾਈ ਬਾਲਾ ਜੀ ਉਹਨਾਂ ਦੇ ਸੱਜੇ ਪਾਸੇ ਲਿਖਣ ਵਾਸਤੇ ਬੈਠ ਗਏ, ਲਿਖਾਉਣ ਵਾਸਤੇ ਬੈਠ ਗਏ, ਔਰ ਕੋਲ ਉਹਨਾਂ ਦੇ ਬੈਠ ਗਿਆ ਲਿਖਣ ਵਾਲਾ ਮੋਖਾ ਪੈੜਾ ਨਾਮ ਦਾ ਇੱਕ ਲਿਖਾਰੀ ਆ। ਔਰ ਭਾਈ ਬਾਲਾ ਜੀ ਕਹਿੰਦੇ ਆਓ ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ ਦੀ ਕਥਾ ਅੱਗੇ ਸੁਣਨਾ ਕਰੋ ਜੀ। ਭਾਈ ਪੌਰ ਨਿਜ ਦਾਸ ਬੁਲਾਇਆ, ਤਿਜ ਪਰ ਸਦਨ ਜਾ ਤੂ ਧਾਇਆ। ਤੋ ਜਦ ਦਾਈ ਨੇ ਅੱਧੀ ਰਾਤ ਦਾ ਸਮਾਂ 12 ਵਜੇ ਤੋਂ ਬਾਅਦ ਅੰਮ੍ਰਿਤ ਵੇਲਾ ਹੈ, ਸਤਿਗੁਰਾਂ ਦੇ ਜਨਮ ਦਾ ਸਮਾਂ ਅੱਗੇ ਆਵੇਗਾ। ਕੀ ਸਮਾਂ? ਅੰਮ੍ਰਿਤ ਵੇਲਾ ਹੈ, 12 ਵਜੇ ਤੋਂ ਬਾਅਦ ਉਹਨਾਂ ਦਾ ਜਨਮ ਹੋਇਆ ਰਾਤ ਨੂੰ। ਤਾਂ ਉਸੇ ਵੇਲੇ ਦਾਈ ਦੌਲਤਾਂ ਨੇ ਖੁਸ਼ੀ ਦੀ ਖਬਰ ਸੁਣਾਈ ਆ। ਮਹਿਤਾ ਕਾਲੂ ਜੀ ਨੇ ਇਸ਼ਨਾਨ ਕੀਤਾ, ਤਿਆਰ ਪਰ ਤਿਆਰ ਹੋਏ, ਦਿਨ ਚੜ੍ਹਿਆ ਹੈ ਤੇ ਆਪਣੇ ਇੱਕ ਸੇਵਾਦਾਰ ਨੂੰ, ਦਾਸ ਨੌਕਰ ਨੂੰ ਸੱਦਿਆ, ਜਾ ਵੀ ਮਿੱਤਰਾ ਜਾ। ਮਹਿਤਾ ਕਾਲੂ ਜੀ ਕਹਿੰਦੇ ਪੰਡਤ ਦੇ ਘਰ ਜਾ। ਦੇਵਕ ਜੋ ਹਰ ਦਿਆਲ ਪਰ ਬੀਨਾ, ਆਨੋ ਤਾਏ ਬਿਲੰਬ ਬੀਨਾ। ਜਿਹੜਾ ਉਹ ਆਪਣੇ ਪਿੰਡ ਵਾਲਾ ਬ੍ਰਾਹਮਣ ਹਰਦਿਆਲ ਹੈ ਨਾ ਪੰਡਤ ਦੇਵਕ, ਧਾਰਮਿਕ ਤੌਰ ਤੇ ਬੜਾ ਸਿਆਣਾ ਪ੍ਰਵੀਨ ਹੈ, ਉਹਨੂੰ ਸੱਦ ਕੇ ਲਿਆ ਜਲਦੀ। ਸੁਣਤ ਦਾਸ ਵਿੱਚ ਸਦਨ ਸੁਜਾਈ, ਦਰ ਪਰ ਤਿਸ਼ਟ ਗੁਹਾਰ ਸੁਣਾਈ। ਉਸੇ ਵੇਲੇ ਮਹਿਤਾ ਜੀ ਦਾ ਇਹ ਸੇਵਾਦਾਰ, ਇਹ ਨੌਕਰ ਜਿਹੜਾ ਹੈ ਘਰ ਦੇ ਵਿੱਚ ਕੰਮ ਕਰਦਾ ਹੈ, ਪੰਡਤ ਹਰਦਿਆਲ ਦੇ ਘਰ ਗਿਆ ਔਰ ਬਾਹਰ ਚੋਂ ਖੜ ਕੇ ਗੁਹਾਰ ਲਗਾਈ। ਪੰਡਤ ਜੀ ਕਹਿ ਕੇ ਆਵਾਜ਼ ਮਾਰੀ ਹੈ। ਚੌਪਈ ਸੁਤਰਾ ਬਚਨ ਪ੍ਰਿਪ ਹਰਦਿਆਲਾ, ਆਲੀ ਦਰ ਨਿਕਸਿਓ ਤਤਕਾਲਾ। ਸੁਤਵਾ ਜਦੋਂ ਦੇ ਕੰਨ ਵਿੱਚ ਆਵਾਜ਼ ਪਈ ਕਿ ਬਾਹਰ ਚ ਕਿਸੇ ਨੇ ਆਵਾਜ਼ ਮਾਰੀ ਆ, ਪੰਡਤ ਹਰਦਿਆਲ ਉਸੇ ਤਰ੍ਹਾਂ ਆਲਿਆ ਦਰ ਤੇ ਗੇਟ ਤੇ ਆਇਆ ਹੈ। ਜਿਜੂ ਕਾਲੂ ਮੁਝੇ ਬਿਠਾਇਆ, ਚੱਲੋ ਆਪ ਤਤਕਾਲ ਬੁਲਾਇਆ। ਆਲਿਆ ਘਰ ਹੁੰਦਾ ਹੈ ਔਰ ਗੁਰੂ ਪਿਆਰਿਓ ਦਰ ਹੁੰਦਾ ਗੇਟ। ਅੰਦਰੋਂ ਵਿਹੜੇ ਚੋਂ ਆਵਾਜ਼ ਸੁਣ ਕੇ ਗੇਟ ਤੇ ਆਇਆ। ਹਾਂ ਬਈ ਕਿਵੇਂ ਆ ਮਿੱਤਰਾ? ਕਹਿਣ ਲੱਗਿਆ ਪੰਡਤ ਜੀ ਤੁਹਾਨੂੰ ਮਹਿਤਾ ਕਾਲੂ ਨੇ ਆਪਣੇ ਘਰ ਹੁਣੇ ਬੁਲਾਇਆ ਹੈ। ਕਹਿ ਜੋ ਆਵੋ ਕਰ ਪੂਜਾ, ਬਹਰ ਕਰੋ ਨਾ ਕਾਰਜ ਦੂਜਾ। ਸਵੇਰ ਸਵੇਰ ਦਾ ਸਮਾਂ ਸੀਗਾ, ਇਸ ਕਰਕੇ ਪੰਡਤ ਕਹਿੰਦਾ ਵੀ ਮਿੱਤਰਾ ਮੈਂ ਥੋੜਾ ਜਿਹਾ ਆਪਦਾ ਨੇਮ ਕਰ ਲਾਂ, ਪੂਜਾ ਅਰਚਨਾ ਜਿਹੜੀ ਮੈਂ ਰੋਜ਼ ਕਰਦਾ ਉਹ ਕਰਕੇ ਆਉਣਾ, ਫਿਰ ਜਲਦੀ ਆਜੋ, ਹੋਰ ਕੰਮ ਨਹੀਂ ਕਰਦਾ। ਕਿਉਂਕਿ ਇਧਰ ਮਹਿਤਾ ਕਾਲੂ ਜੀ ਵੀ ਨਗਰ ਦੇ ਮੋਹਤਵਾਰ ਬੰਦੇ ਆ, ਆਸੇ ਪਾਸੇ ਦੇ ਕਈ ਪਿੰਡਾਂ ਦੇ ਪਟਵਾਰ ਦਾ ਕੰਮ ਇਹਨਾਂ ਨੇ ਸਾਂਭਿਆ ਹੋਇਆ। ਪੰਡਤ ਹਰਦਿਆਲ ਵੀ ਸਤਿਕਾਰ ਕਰਦਾ, ਕਹਿੰਦਾ ਮੈਂ ਹੁਣੀ ਆ ਜਾਣਾ ਆਪਣੀ ਪੂਜਾ ਅਰਚਨਾ ਕਰਕੇ। ਸੁਣ ਉੱਤਰ ਕੋ ਤੈ ਚਿਨਦਾਸਾ, ਕਾਲੂ ਪਾਸ ਕਰੀ ਅਰਦਾਸਾ। ਇਹ ਉੱਤਰ ਲੈ ਕੇ ਉਸੇ ਵੇਲੇ ਉਹ ਨੌਕਰ ਉਹ ਦਾਸ ਜਿਹੜਾ ਹੈ ਜਲਦੀ ਜਲਦੀ ਵਾਪਸ ਘਰ ਆਇਆ। ਮਹਿਤਾ ਕਾਲੂ ਜੀ ਨੂੰ ਕਹਿਣ ਲੱਗਿਆ ਜੀ ਘਾਟੀ ਪਾਚ ਲੋ ਅਰਨਾ ਕਰਕੇ, ਦਾਇਓ ਦਿੱਜ ਸ਼ੁਭ ਸ਼ਗਨ ਬਚਰ ਕੇ। ਕਹਿੰਦਾ ਜੀ ਪੰਡਤ ਕਹਿੰਦਾ ਮੈਂ ਹੁਣੇ ਹੀ ਆਉਣਾ ਆਪਣੀ ਪੂਜਾ ਅਰਚਨਾ ਕਰਕੇ। ਚਲੋ ਠੀਕ ਆ, ਘਟੀ 5 ਲੋ, 5 ਘੜੀਆਂ ਸੂਰਜ ਚੜ ਗਿਆ। ਅਰਨਾ
ਭਾਵ ਸਵੇਰੇ ਸਵੇਰੇ ਸੂਰਜ ਦੀ ਲਾਲੀ, ਸੂਰਜ ਦਾ ਚੜ੍ਹਨਾ ਜਾਂ ਛਿਪਦਾ ਲਾਲ ਹੁੰਦਾ ਜਾਂ ਚੜ੍ਹਦਾ ਲਾਲ ਹੁੰਦਾ। ਤਾਂ ਸੂਰਜ ਦੀ ਲਾਲੀ ਦੇ ਨਾਲ, ਦਿਨ ਚੜ੍ਹਦੇ ਦੇ ਨਾਲ 5 ਘੜੀਆਂ ਚੜ੍ਹੇ ਇਸ ਦਿਨ ਤੇ ਮਹਿਤਾ ਕਾਲੂ ਦੇ ਕੋਲ ਪੰਡਤ ਹਰਦਿਆਲ ਆ ਕੇ ਨਮਸਕਾਰ ਕਰਦਾ ਹੈ। कालू को सस तैन सुनायो, पिख उचा को उर सायो। ਔਰ ਮਹਿਤਾ ਕਾਲੂ ਜੀ ਨੇ ਪੰਡਤ ਜਾਣ ਕੇ ਨਮਸਕਾਰ ਕੀਤੀ ਹੈ। ਪੰਡਤ ਨੇ ਆਪਣੇ ਵੱਲੋਂ ਅਸੀਸ ਦਿੱਤੀ ਹੈ ਔਰ ਬੜੇ ਖੁਸ਼ ਹੈ ਮਹਿਤਾ ਕਾਲੂ ਜੀ ਵੀ, ਪੰਡਤ ਹਰਦਿਆਲ ਵੀ ਦੇਖ ਰਿਹਾ ਹੈ। दोहरा दिज पर को लै अजर में सादर आसन डास। ਔਰ ਪੰਡਤ ਜੀ ਨੂੰ ਅੰਦਰ ਲੈ ਗਏ ਹੈ। ਵਿਹੜੇ ਦੇ ਵਿੱਚ ਕਹਿੰਦੇ ਮੰਜਾ ਢਾ ਦਿੱਤਾ ਹੈ, ਪਲੰਗਾ ਢਾ ਦਿੱਤਾ ਹੈ ਜੀ। बैठियो बो पाओ कर आप बैस तिस पास। ਔਰ ਉਸ ਪਲੰਗੇ ਉੱਤੇ ਪੰਡਤ ਹਰਦਿਆਲ ਨੂੰ ਬਿਠਾਇਆ ਸਤਿਕਾਰ ਸਹਿਤ ਪਿਆਰ ਨਾਲ, ਤੇ ਨਾਲ ਹੀ ਕੋਲੇ ਆਪ ਮਹਿਤਾ ਕਾਲੂ ਜੀ ਬਹਿ ਗਏ ਹਨ। चौपई कह कालू सुन श्रोण तिज जिद्दू, दियो सदन मम तात गोबिंदू। ਦੇ ਜਿੰਦੂ, ਇੰਦ ਦਾ ਮਤਲਬ ਹੁੰਦਾ ਹੈ ਵੱਡੇ ਤੋਂ, ਗਾਜਿੰਦੂ ਕਹੀਏ ਤੇ ਹਾਥੀਆਂ ਵਿੱਚੋਂ ਵੱਡਾ। ਇੰਦ ਦਾ ਮਤਲਬ ਵੱਡਾ ਹੈ ਤੇ ਇੱਥੇ ਦੇ ਜਿੰਦੂ ਕਹਿਣ ਦਾ ਮਤਲਬ ਹੈ ਕਿ ਹੇ ਵੱਡੇ ਤੇ ਸਿਆਣੇ ਸਾਡੇ ਨਗਰ ਦੇ ਪੰਡਤ ਹਰਦਿਆਲ ਜੀ, ਪਰਮੇਸ਼ਰ ਨੇ ਕਿਰਪਾ ਕੀਤੀ ਹੈ। ਦਇਓ ਸਦਨ ਮੈਂ ਤਾਤ ਗੋਬਿੰਦੂ, ਗੋਬਿੰਦ ਪਰਮੇਸ਼ਰ, ਤਾਤ ਪੁੱਤਰ, ਮੇਰੇ ਘਰ ਵਿੱਚ ਪਰਮੇਸ਼ਰ ਨੇ ਪੁੱਤਰ ਦੀ ਦਾਤ ਬਖਸ਼ੀ ਹੈ। मुझ पर निज अनुकंपा तार हो, सोद मुहूर्त लगन विचारो। ਔਰ ਤੁਸੀਂ ਕਿਰਪਾ ਕਰਕੇ ਮੇਰੇ ਬੱਚੇ ਦੀ ਡੇਟ ਆਫ ਬਰਥ, ਜਨਮ ਪੱਤਰੀ ਆਦਿ ਜੋ ਵੀ ਸਮਾਂ ਹੈ, ਅੱਜ ਵੀ ਸਮਾਂ ਪੁੱਛਦੇ ਆ ਕਈ ਲੋਕ, ਸਮੇਂ ਦੀ ਗੱਲ ਕਰਦੇ ਆ। ਸਮੇਂ ਦੇ ਨਾਲ ਕੋਈ ਸਿਸਟਮ ਹੁੰਦਾ ਸਰੀਰ ਦਾ, ਤਾਂ ਇਸ ਕਰਕੇ ਪੰਡਤ ਜੀ ਨੂੰ ਕਹਿ ਰਹੇ ਆ ਮਹਿਤਾ ਜੀ ਕਿ ਬੱਚੇ ਦਾ ਸਮਾਂ ਆਦਿ ਡੇਟ ਆਫ ਬਰਥ ਸਾਰਾ ਲਿਖਣਾ ਕਰੋ ਜੀ। भेद शुभ शुभ सब लिख लीजै, पव पत्री इसकी लिख दीजै। ਇਹਦੀ ਜਨਮ ਪੱਤਰੀ, ਪੰਡਤਾਂ ਦੀ ਬੋਲੀ ਵਿੱਚ ਜਨਮ ਪੱਤਰੀ ਕਹਿੰਦੇ ਆ, ਸਾਡੀ ਬੋਲੀ ਵਿੱਚ ਕਹਿੰਦੇ ਆ ਜਨਮ ਮਿਤੀ, ਤਰੀਕ ਔਰ ਡੇਟ ਆਫ ਬਰਥ ਅੰਗਰੇਜ਼ੀ 'ਚ ਕਹਿ ਦਿੰਦੇ ਆ। ਕੋਈ ਸਤਰੰਗ श्री वाहिगुरु। ਜਨਮ ਦੀ ਤਰੀਕ। ਪੰਡਤ ਜੀ ਦੇਖੋ ਸਾਡੇ ਬੱਚੇ ਨੂੰ, ਔਰ ਇਸ ਦਾ ਜਿਹੜਾ ਵੀ ਡੇਟ ਆਫ ਬਰਥ ਜਨਮ ਪੱਤਰੀ ਹੈ ਉਹ ਲਿਖ ਕੇ ਦਿਓ ਜੀ। कोकम कागद कालू आनो, गणपत पूज ग्रहण सन्मानो। ਆ ਪੁਰਾਣੇ ਬਜ਼ੁਰਗ ਬੈਠੇ ਆ ਸਾਰੇ ਮੇਰੇ ਕੋਲ, ਇਹਨਾਂ ਨੂੰ ਪਤਾ ਹੈ ਕਿ ਜਦੋਂ ਕੋਈ ਇਹ ਧਰਮ ਦਾ ਸ਼ੁਭ ਕੰਮ ਕੀਤਾ ਜਾਂਦਾ ਹੈ ਨਾ, ਕਾਗਜ਼ ਲੈ ਕੇ, ਜੇ ਤਾਂ ਚੰਦਨ ਹੋਵੇ ਉਹ ਵੀ ਪੀਲਾ ਹੁੰਦਾ, ਜਦ ਰਗੜੀਏ ਨਾ ਉਹ ਤਰਲ ਬਣ ਜਾਂਦਾ ਤੇ ਉਹਦੇ ਛਿੱਟੇ ਮਾਰਦੇ ਆ ਕਾਗਜ਼ ਤੇ, ਜੇ ਨਾ ਹੋਵੇ ਤਾਂ ਫਿਰ ਹਲਦੀ ਦੇ ਛਿੱਟੇ ਮਾਰ ਲੈਂਦੇ ਆ। ਵਿਆਹ ਵਾਲੀ ਚਿੱਠੀ ਵੀ ਇਦਾਂ ਹੀ ਲਿਖਿਆ ਕਰਦੇ ਸੀ ਆਪਾਂ, ਹੁਣ ਤਾਂ ਫੋਨ ਮਾਰਦੇ ਆ ਵੀ ਆਪਾਂ ਵਿਆਹ ਧਰਤਾ, ਕੰਮ ਨਿਬੜਿਆ, ਕੋਈ ਸਤਨਾਮ। श्री वाहिगुरु। ਪਰ ਉਦੋਂ ਬੜਾ ਹੀ ਸਤਿਕਾਰ ਸਹਿਤ ਚਿੱਠੀ ਨੂੰ ਲਿਆ ਜਾਂਦਾ, ਔਰ ਉਹਦੇ ਉੱਤੇ ਗੁਰੂ ਪਿਆਰਿਓ ਚੰਦਨ ਘਸਾ ਕੇ, ਕੁਮਕਮ ਚੰਦਨ ਆਦਿ, ਕੇਸਰ ਆਦਿ ਇਹਨੂੰ ਮਿਕਸ ਕਰਕੇ ਤਰਲ ਬਣਾ ਕੇ ਇਹਦੇ ਛਿੱਟੇ ਮਾਰੇ ਜਾਂਦੇ। ਫਿਰ ਉਹਦੇ ਉੱਤੇ ਲਿਖਿਆ ਜਾਂਦਾ ਸ਼ੁਭ ਸਮਾਂ, ਵੀ ਆਹ ਸਮਾਂ ਬਈ ਪਰਮੇਸ਼ਰ ਨੇ ਕਿਰਪਾ ਕੀਤੀ। ਔਰ ਚਿੱਠੀ ਦੇ ਉੱਤੇ ਪਹਿਲਾਂ ਇੱਕ ਓਂਕਾਰ ਜ਼ਰੂਰ ਲਿਖਿਆ ਜਾਂਦਾ। ਸਾਡੇ ਪਿਤਾ ਜੀ ਦਾ ਐਸਾ ਹੀ ਸੁਭਾਅ ਸੀਗਾ। ਕਈ ਲੋਕ ਸਿਆਣੇ ਆ ਜਾਂਦੇ ਵੀ ਚਲੋ ਪਿਆਰਾ ਸਿੰਘ ਬੜਾ ਸਿਆਣਾ, ਉਹ ਤੋਂ ਲਿਖਾਉਣੇ ਆ, ਤੇ ਉਹ ਹਮੇਸ਼ਾ ਉੱਤੇ ਪਹਿਲਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਜ਼ਰੂਰ ਲਿਖਦਾ। ਕੋਈ ਸਤਨਾਮ। श्री वाहिगुरु। ਤਾਂ ਪੁਰਾਣੇ ਬਜ਼ੁਰਗ ਸਾਰੇ ਬੈਠੇ, ਉਹ ਆਪ ਜੀ ਨੂੰ ਪਤਾ ਹੈ। ਪੰਡਤ ਵੀ ਕਹਿੰਦਾ ਵੀ ਐ ਕਰੋ, ਕਾਗਜ਼ ਮੰਗਾਓ ਤੇ ਕੇਸਰ ਚੰਦਨ ਆਦि ਮੰਗਵਾਓ। बालक शब्द ले जो जन्मा, सो शब्द सुनाओ शर्वनमा। ਔਰ ਮਹਿਤਾ ਜੀ ਨੇ ਆਪਣੇ ਸੇਵਕ ਨੂੰ ਕਿਹਾ ਲਿਆ ਵੀ ਸੁੰਦਰ ਕਾਗਜ਼ ਲਿਆ, ਉਹਦੇ ਉੱਤੇ ਆਪਾਂ ਬੱਚੇ ਦਾ ਜਨਮ ਪੱਤਰੀ ਲਿਖਾਂਗੇ, ਜਨਮ ਮਿਤੀ ਆਦਿ ਲਿਖਾਂਗੇ, ਸਾਰਾ ਕੁਝ। ਔਰ ਚੰਦਨ ਲੈ ਕੇ ਆਓ, ਕੇਸਰ ਲੈ ਕੇ ਆਓ, ਉਹ ਰਗੜ ਕੇ ਉਹਦੇ ਫਿਰ ਪੀਲੇ ਜੇ ਰੰਗ ਦੇ, ਗੁਲਾਬੀ ਜੇ ਰੰਗ ਦੇ ਛਿੱਟੇ ਪੈ ਜਾਂਦੇ ਆ, ਉਹ ਪਾਵਾਂਗੇ। ਜੋ ਪੰਡਤ ਨੇ ਕਰਨਾ ਕਹਿੰਦੇ ਉਹ ਲਿਆਓ, ਲਿਆਂਦਾ ਗਿਆ। ਪੰਡਤ ਨੇ ਉੱਤੇ ਪਰਮੇਸ਼ਰ ਨੂੰ ਮਨਾਇਆ ਆਪਣੇ ਨੂੰ, ਤਾਂ ਫਿਰ ਲਿਖਣ ਤੋਂ ਪਹਿਲਾਂ ਸ਼ੁਰੂ ਕਰਦਾ ਹੈ ਕਿ ਮੈਨੂੰ ਆਏ ਦੱਸੋ, ਜਦ ਬੱਚਾ ਜੰਮਿਆ ਸੀ ਇਹਦੇ ਮੁਖ ਚੋਂ ਕੀ ਸ਼ਬਦ ਨਿਕਲਿਆ ਸੀ। भयो काल किस जन्म सुनावो, बूझो ताए हजूर बुलावो। ਔਰ ਦਾਈ ਨੂੰ ਬੁਲਾਓ,
ਦਾਈ ਨੇ ਸਮਾਂ ਨੋਟ ਕੀਤਾ ਹੋਣਾ ਹੈ। ਦੌਲਤਾਂ ਦਾਈ ਅੰਦਰ ਹੈ ਮਾਤਾ ਤ੍ਰਿਪਤਾ ਜੀ ਦੇ ਕੋਲ। ਕਹਿੰਦੇ ਦਾਈ ਨੂੰ ਬੁਲਾਓ, ਮੈਨੂੰ ਸਮਾਂ ਦੱਸੋ, ਮੈਂ ਉਹ ਸਮਾਂ ਲਿਖ ਦੇਵਾਂ। ਜਦ ਬੱਚੇ ਦਾ ਜਨਮ ਹੋਇਆ ਹੈ ਉਦੋਂ ਇਹਦੇ ਮੁਖ ਚੋਂ ਕੀ ਆਵਾਜ਼ ਨਿਕਲੀ ਸੀ ਉਹ ਵੀ ਦੱਸੋ ਜੀ। श्री नानक की दौलत दाई सो कालू तत्काल बुलाई। ਤੋ ਮਹਿਤਾ ਜੀ ਨੇ ਸੇਵਕ ਨੂੰ ਅੰਦਰ ਭੇਜਿਆ, ਜਾ ਬਈ ਉਹ ਦਾਈ ਅੰਦਰ ਹੈ, ਮਾਤਾ ਤ੍ਰਿਪਤਾ ਕੋਲ ਬੱਚਿਆਂ ਨੂੰ ਸੰਭਾਲ ਰਹੀ ਹੈ, ਉਹਨੂੰ ਬੁਲਾ ਕੇ ਲਿਆਓ ਜੀ। पाठी दास सब सौ जमगाई जो जो दिजबर दीन रजाई। ਤੋ ਪੰਡਤ ਨੇ ਆਪਣੇ ਲੋੜ ਮੁਤਾਬਕ ਜਿਹੜੀਆਂ ਵਸਤੂਆਂ ਜਨਮ ਪੱਤਰੀ, ਡੇਟ ਆਫ ਬਰਥ, ਜਨਮ ਮਿਤੀ ਲਿਖਣ ਵਾਸਤੇ ਚਾਹੀਦੀਆਂ ਸੀ ਉਹ ਮੰਗਵਾਈਆਂ। ਮਹਿਤਾ ਜੀ ਨੇ ਸੇਵਕ ਭੇਜ ਦਿੱਤੇ ਨੇ, ਉਹ ਲੈਣ ਗਏ ਨਾ ਤੇ ਅੰਦਰੋਂ ਮਾਤਾ ਦੌਲਤਾ ਦਾਈ ਨੂੰ ਸੱਦਿਆ ਹੈ ਜੀ ਦੋਹਰਾ। गृह भीख की वस्त्र सब कालू तै लियाए। ਔਰ ਜੋ ਚਾਹੀਦਾ ਸੀ ਮਹਿਤਾ ਕਾਲੂ ਜੀ ਨੇ ਮੰਗਵਾ ਦਿੱਤਾ ਹੈ। बहरो बैस्यो पास बिप बदने बचन अलाए। ਔਰ ਫਿਰ ਲੈ ਕੇ ਗੁਰੂ ਪਿਆਰਿਓ ਲਿਖੀ ਵੀ ਚੰਦਨ ਦੇ ਨਾਲ ਹੈ। ਨਾਨਕ ਜੀ ਦੀ ਜਨਮ ਪੱਤਰੀ ਲਿਖੀ ਵੀ ਚੰਦਨ ਦੇ ਨਾਲ ਹੈ ਗੁਰੂ ਪਿਆਰਿਓ। ਰਗੜ ਕੇ ਚੰਦਨ ਉਹ ਪੀਲੇ ਰੰਗ ਦਾ ਤਰਲ ਪਦਾਰਥ ਬਣ ਜਾਂਦਾ। ਸ਼ਾਹੀ ਜਿਹਨੂੰ ਆਪਾਂ ਕਹਿੰਦੇ ਆ, ਸ਼ਾਹੀ ਵੈਸੇ ਕਾਲੀ ਹੁੰਦੀ ਆ, ਨੀਲੀ ਹੁੰਦੀ ਆ। ਉਹ ਤਰਲ ਦੇ ਨਾਲ ਲਿਖਣਾ ਸ਼ੁਰੂ ਕਰਦਾ ਮਹਿਤਾ ਜੀ ਦੇ ਕੋਲ ਬੈਠ ਕੇ। ਹਾਂ ਦੱਸੋ ਜੀ ਕੀ ਟਾਈਮ ਸੀ? चौपाई कटी एक दो जाम त्रिजामा बीती होती सिस पव अभिरामा। ਤਾਂ ਕਹਿੰਦੇ ਜੀ 2 ਪਹਿਰ ਰਾਤ ਬੀਤ ਚੁੱਕੀ ਸੀ, ਭਾਵ 12 ਵੱਜ ਗਏ। ਅੱਜ ਕੱਲ੍ਹ 12 ਹੈ ਅੰਗਰੇਜ਼ੀ ਸਮੇਂ, ਪਹਿਲਾਂ ਘੜੀਆਂ ਵਿੱਚ ਹੁੰਦਾ ਸੀ, ਪਹਿਰਾਂ ਵਿੱਚ ਹੁੰਦਾ ਸੀ। 1 ਪਹਿਰ 3 ਘੰਟਿਆਂ, ਰਾਤ ਦੇ 2 ਪਹਿਰ ਬਤੀਤ ਹੋ ਗਏ, ਤੀਜਾ ਆਰੰਭ ਹੋ ਗਿਆ ਸੀਗਾ, ਭਾਵ ਅੰਮ੍ਰਿਤ ਵੇਲਾ 12 ਵਜੇ ਤੋਂ ਬਾਅਦ 12 ਤੋਂ 2 ਦੇ ਵਿਚਾਲੇ ਦਾ ਸਮਾਂ। ਕੋਈ ਸਪਨਾ ਔਰ ਤੀਜੇ ਪਹਿਰ ਦੀ ਵੀ 1 ਘੜੀ ਲੰਘ ਚੁੱਕੀ ਸੀ। कौन शब्द ले उपजो बालक ताहि बतावो सो तत्कालक। ਹਾਂ ਮਾਤਾ ਦਾਈ ਦੌਲਤਾ ਤੂੰ ਦੱਸ, ਤੈਨੂੰ ਪਤਾ ਤੂੰ ਹੀ ਕੋਲ ਸੀ ਉਸ ਵੇਲੇ ਜਦ ਬੱਚੇ ਨੇ ਜਨਮ ਲਿਆ। ਜਦ ਇਸ ਬੱਚੇ ਨੇ ਜਨਮ ਲਿਆ ਇਹਨੇ ਕੀ ਆਵਾਜ਼ ਕੀਤੀ? बोली बचन दौलता दाई सुनो बिरतांत अहो दिजराई। ਔਰ ਮਾਤਾ ਦੌਲਤਾ ਦਾਈ ਤਾਂ ਰਾਤ ਦੀ ਬੜੀ ਹੈਰਾਨ ਹੈ ਵੀ ਬਥੇਰੇ ਬੱਚੇ ਮੇਰੇ ਹੱਥਾਂ ਰਾਹੀਂ ਮੈਂ ਸੇਵਾ ਕੀਤੀ ਹੈ ਦਾਈ ਪੁਣੇ ਦੀ, ਜਨੇਪੇ ਦੇ ਸਮੇਂ ਦੀ। ਬਹੁਤ ਬੱਚੇ ਮੇਰੇ ਹੱਥਾਂ ਰਾਹੀਂ ਜਨਮ ਲੈਂਦੇ ਨੇ, ਪਰ ਕੋਈ ਬੱਚਾ ਮੈਂ ਹੱਸਦਾ ਨਹੀਂ ਦੇਖਿਆ, ਸਭ ਰੋਂਦੇ ਹੀ ਆਏ। ਕਬੀਰ ਜਬ ਹਮ ਆਏ ਜਗਤ ਮੇਂ ਜਗ ਹੱਸੇ ਮੁੰਡਾ ਹੋ ਗਿਆ, ਮੁੰਡਾ ਹੋ ਗਿਆ। ਹਮ ਰੋਏ ਅਸੀਂ ਰੋਂਦੇ ਸੀਗੇ, ਜਗ ਹੱਸੇ ਹਮ ਰੋਏ। ਹੁਣ ਜਾਂਦੇ ਹੋਏ ਐਸਾ ਕੰਮ ਕਰਕੇ ਜਾਓ, ਐਸੀ ਕਰਨੀ ਕਰ ਚਲੋ, ਹਮ ਹੱਸੇ ਜਗ ਰੋਏ। ਯਾਦ ਕਰਕੇ ਵੀ ਯਾਰ ਇਹੋ ਜਿਹਾ ਬੰਦਾ ਫੇਰ ਨਹੀਂ ਮਿਲਣਾ। ਕੋਈ ਸਤਨਾਮ ਇਹੋ ਜੀ ਕਰਨੀ ਕਰਕੇ ਜਾਈਏ। ਸਾਨੂੰ ਗਿਆਨ ਦਿੰਦੇ ਆ ਵੀ ਇਹੋ ਜਿਹੇ ਕੰਮ ਕਰੋ ਕਿ ਦੁਨੀਆ ਤੁਹਾਨੂੰ ਯਾਦ ਰੱਖੇ। ਖੈਰ ਅੱਗੇ ਚੱਲੀਏ। ਦੌਲਤਾਂ ਦਾਈ ਨੂੰ ਪੁੱਛਿਆ, ਮਾਤਾ ਦੱਸ ਜਦੋਂ ਇਹ ਬੱਚੇ ਨੇ ਜਨਮ ਲਿਆ ਤੇ ਕੀ ਬੋਲਿਆ ਸੀ? ਦੌਲਤਾਂ ਬੇਬੇ ਕਹਿਣ ਲੱਗੀ, ਸੁਣੋ ਪੰਡਤ ਜੀ, बौसिस जन्मे मम मकाही जय अचर्ज कब देखो नाही। ਮੈਂ ਬੜੀ ਹੈਰਾਨ ਆ। ਮੈਂ ਇਹਨਾਂ ਹੱਥਾਂ ਦੇ ਨਾਲ ਬਹੁਤ ਸਾਰੇ ਬੱਚਿਆਂ ਦੀ ਸੇਵਾ ਕੀਤੀ ਆ, ਪਰ ਇਹੋ ਜਿਹਾ ਬੱਚਾ ਮੈਂ ਨਹੀਂ ਦੇਖਿਆ ਜੀ। दीर्घ नर जो बिगस मिले हैं त्यों इनकी ने शब्द पले हैं। ਹਾਂ ਜਦੋਂ ਕਹਿੰਦੇ 2 ਸਿਆਣੇ ਬੰਦੇ ਆਪਸ ਵਿੱਚ ਮਿਲਦੇ ਹੋਏ ਖੁਸ਼ ਹੁੰਦੇ ਆ, 2 ਗੁਰਮੁਖ ਮਿਲ ਕੇ ਖੁਸ਼ ਹੁੰਦੇ ਆ, ਇਸੇ ਤਰ੍ਹਾਂ ਹੀ ਜਦੋਂ ਇਹ ਬੱਚਾ ਮੇਰੇ ਹੱਥ ਵਿੱਚ ਆਇਆ ਜਨਮ ਲੈ ਕੇ, ਇਉਂ ਲੱਗਿਆ ਜਿਵੇਂ ਮੇਰੇ ਵੱਲ ਵੇਖ ਕੇ ਹੱਸਦਾ, ਮੁਸਕਰਾਉਂਦਾ ਹੈ। शुभ लक्षण शुभ अंगन माही आन नरन जो नर एह नाही। ਔਰ ਇਸ ਬੱਚੇ ਦੇ ਅੰਗ ਵੀ ਲੰਬੇ ਆ। ਬਾਬਾ ਜੀ ਦਾ ਕੱਦ ਬਹੁਤ ਲੰਬਾ ਹੈ। ਪੁਰਾਤਨ ਫੋਟੋ ਵੀ ਕਿਸੇ ਨੇ ਦਿਖਾਈ ਆ, ਉਹਦੇ ਵਿੱਚ ਬਹੁਤ ਲੰਬਾ ਕੱਦ ਹੈ ਬਾਬੇ ਨਾਨਕ ਜੀ ਦਾ। ਤਾਂ ਦਾਈ ਕਹਿੰਦੀ ਹੈ ਬਾਕੀ ਬੱਚਿਆਂ ਨਾਲੋਂ ਇਹਦੇ ਅੰਗਾਂ ਦਾ ਵੀ ਫਰਕ ਹੈ, ਇਹਦੇ ਹੱਥ ਪੈਰ ਬਹੁਤ ਲੰਬੇ ਹਨ। दोहरा सुन तिज बरसा बचन को ज्योतिष कीन विचार। ਹੁਣ ਗੁਰੂ ਪਿਆਰਿਓ ਇੱਥੇ ਨਾ ਸ਼ੰਕਾ ਕਰ ਲਿਓ ਵੀ ਗੱਲ ਤਾਂ ਗੁਰਬਾਣੀ ਦੀ ਕਰਦੇ ਆ ਤੇ ਇੱਥੇ ਬਾਹਮਣ ਕਿਵੇਂ ਆ ਗਿਆ ਵੀ ਆਊਗਾ। ਉਦੋਂ ਹਜੇ ਗੁਰਬਾਣੀ ਚੱਲੀ ਨਹੀਂ ਸੀ। ਕੋ ਸਤਨਾਮ ਅਜੇ ਤੱਕ ਚੱਲਣੀ ਆ। ਬਾਬੇ ਨਾਨਕ ਦੇ ਆਉਣ ਤੋਂ ਬਾਅਦ ਸਿੱਖਿਆ ਇਹ ਪਰਮੇਸ਼ਰ ਦੀ।
ਉਹ ਤਾਂ ਫਿਰ ਹਿੰਦੂਆਂ ਦੇ ਮਤ ਮੁਤਾਬਕ ਬ੍ਰਾਹਮਣਾਂ ਦਾ ਹੀ ਬੋਲਬਾਲਾ ਸੀ, ਦੋ ਹੀ ਧਰਮ ਚੱਲ ਰਹੇ ਸੀ, ਇੱਕ ਹਿੰਦੂਆਂ ਦਾ ਇੱਕ ਮੁਸਲਮਾਨਾਂ ਦਾ। ਕੋ ਸਤਨਾਮ ਸ੍ਰੀ ਵਾਹਿਗੁਰੂ। ਉਹ ਆਪਣੇ ਕਾਜੀ ਮਲਾਣਿਆਂ ਨੂੰ ਬੁਲਾ ਕੇ ਸੁਨਤ ਕਰਾਉਂਦੇ ਐ, ਤੇ ਇਧਰ ਗੁਰੂ ਪਿਆਰੋ ਬਾਬਾ ਨਾਨਕ ਜੀ ਆਏ ਨਾ, ਤੇ ਮਹਿਤਾ ਜੀ ਨੇ ਸਮੇਂ ਮੁਤਾਬਕ ਪੰਡਤ ਹਰਦਿਆਲ ਨੂੰ ਸੱਦ ਲਿਆ। ਜਦੋਂ ਹਰਦਿਆਲ ਨੇ ਇਹ ਗੱਲ ਸੁਣੀ ਹੈ ਕਿ ਇਹ ਬੱਚਾ ਰੋਇਆ ਨਹੀਂ ਬਲਕਿ ਹੱਸਿਆ ਹੈ। शुभ निशतर शुभ काल में शुभ तित पुन शुभ वार। ਚਲੋ ਪੰਡਤ ਨੇ ਫਿਰ ਆਪਦਾ ਹਿਸਾਬ ਕਿਤਾਬ ਲਾਉਣਾ ਸ਼ੁਰੂ ਕੀਤਾ ਵੀ ਅੱਜ ਦਿਨ ਬੜਾ ਚੰਗਾ ਹੈ, ਔਰ ਜਿਸ ਨੇ ਜਨਮ ਲਿਆ ਹੈ ਅੰਮ੍ਰਿਤ ਵੇਲਾ ਹੈ, ਉਹ ਵੀ ਸਮਾਂ ਬੜਾ ਚੰਗਾ ਹੈ, ਇਸ ਬੱਚੇ ਨੂੰ ਦੇਖਣਾ ਚਾਹੀਏ। चौपई भले लगन में बालक जन्मा विदुख विचार करत बहु मनमा। ਔਰ ਸੋਚਦਾ ਹੈ ਪੰਡਤ ਹਰਦਿਆਲ ਵੀ ਐਸੇ ਚੰਗੇ ਸਮੇਂ ਦੇ ਵਿੱਚ ਬੱਚੇ ਦਾ ਜਨਮ ਹੋਇਆ ਹੈ ਤਾਂ ਜ਼ਰੂਰ ਇਸ ਨੂੰ ਕੋਈ ਦੁੱਖ ਨਹੀਂ ਹੋਵੇਗਾ, ਤਾਈਓ ਹੱਸਿਆ ਨਾ। ਬੇਦੁੱਖ ਹੈ, ਦੁੱਖ ਰਹਿਤ ਹੈ, ਇਹ ਮਨ ਵਿੱਚ ਵਿਚਾਰਨ ਲੱਗਿਆ ਹੈ। ये शिष है अवतारी को वड्डे भाग कालू के हो। ਹੋਵੇ ਨਾ ਤਾਂ ਇਹ ਬੱਚਾ ਕੋਈ ਪਰਮੇਸ਼ਰ ਦਾ ਅਵਤਾਰ ਨਾ ਹੋਵੇ ਕਿਤੇ, ਵੱਡੇ ਭਾਗ ਹਨ ਜੇ ਬੱਚਾ ਅਵਤਾਰੀ ਸ਼ਿਸ਼ ਹੈ, ਅਵਤਾਰੀ ਬੱਚਾ ਹੈ, ਤੇ ਜ਼ਰੂਰ ਵੱਡੇ ਭਾਗ ਹਨ ਮਹਿਤਾ ਕਾਲੂ ਦੇ। कह विद विष्ण के शिव पवलीनो जगत उदाहरण लक्षण चीनो। ਤੋਂ ਬਾਬੇ ਨਾਨਕ ਦੇ ਆਉਣ ਤੋਂ ਪਹਿਲਾਂ ਦੁਨੀਆ ਨੇ ਕਈ ਰੱਬ ਮੰਨੇ ਹੋਏ ਸੀਗੇ, ਬਰਮਾ ਵਿਸ਼ਨੂੰ ਮਹੇਸ਼। ਹਿੰਦੂ ਮਤ ਵਿੱਚ ਇਹਨਾਂ ਤਿੰਨਾਂ ਨੂੰ ਰੱਬ ਮੰਨਿਆ ਜਾਂਦਾ ਹੈ, ਪਰ ਬਾਬਾ ਜੀ ਕਹਿੰਦੇ ਤਿੰਨ ਨਹੀਂ, ਇੱਕੋ ਹੀ ਹੈ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਮੈਂ ਉਸ ਵੇਲੇ ਦੀ ਗੱਲ ਕਰਾਂ ਜਦੋਂ ਜਨਮ ਹੋਇਆ। ਕਹਿੰਦੇ ਪੰਡਤ ਸੋਚਦਾ ਹੈ ਇਹ ਕਿਹਦਾ ਅਵਤਾਰ ਹੋਇਆ, ਬਰਮਾ ਦਾ, ਵਿਸ਼ਨੂੰ ਦਾ ਕਿ ਸ਼ਿਵ ਦਾ। हत पत्थर इस शीस चुदारे पूर्वी निशा जन्म ब्योबारे। ਇਹਦਾ ਅੰਮ੍ਰਿਤ ਵੇਲੇ ਜਨਮ ਹੋਇਆ, ਪੂਰਬੀ ਨਿਸ਼ਾ ਭਾਵ ਅੰਮ੍ਰਿਤ ਵੇਲੇ ਰਾਤ ਦੇ ਬਤੀਤ ਹੋਣ ਤੋਂ ਬਾਅਦ, ਅੱਧੀ ਰਾਤ ਤੋਂ ਬਾਅਦ ਅੰਮ੍ਰਿਤ ਵੇਲੇ ਜਨਮ ਹੋਇਆ ਹੈ। ਜ਼ਰੂਰ ਇਹ ਕੋਈ ਸੀਸ ਉੱਪਰ ਛਤਰ ਚਲਾਵੇਗਾ, ਚੌਰ ਝੁੱਲੇਗਾ। ਆਤ ਪੱਤਰ ਕਹਿੰਦੇ ਆ ਗੁਰੂ ਪਿਆਰੇ ਦੇ ਉੱਪਰ ਚੰਦੋਆ ਲਾਇਆ, ਕੋਈ ਸਤਨਾਮ ਛਤਰ, ਚੌਰ ਛਤਰ ਦੇ ਮਾਲਕ। ਇਹ ਜ਼ਰੂਰ ਕੋਈ ਚੌਰ ਛਤਰ ਦਾ ਮਾਲਕ ਅਵਤਾਰੀ ਪੁਰਖ ਲੱਗਦਾ ਹੈ ਜੀ। चक्र भरत होवे पव माही करे दिग्विजय संसे नाही। ਚਾਹੇ ਕੋਈ ਅਵਤਾਰੀ ਪੁਰਸ਼ ਹੈ ਜਾਂ ਕੋਈ ਚੱਕਰਵਰਤੀ ਰਾਜਾ ਹੈ, ਇਹੋ ਜਿਹੇ ਸਮੇਂ ਵਿੱਚ ਉਹੀ ਜਨਮ ਲੈਂਦੇ ਆ। ਕੋਈ ਸਤਨਾਮ। ਇਹ ਸਮਾਂ ਉਹਨਾਂ ਨੂੰ ਮਿਲਦਾ ਅਵਤਾਰੀ ਪੁਰਸ਼ਾਂ ਨੂੰ, ਜਾਂ ਕੋਈ ਬਹੁਤ ਚੱਕਰਵਰਤੀ ਰਾਜਾ ਹੋਣਾ ਹੋਵੇ ਉਹ ਇਸ ਵੇਲੇ ਆਉਂਦਾ ਹੈ। ਤਾਂ ਇਸ ਕਰਕੇ ਪੰਡਤ ਬੈਠਾ ਸੋਚਣ ਲੱਗਿਆ ਹੈ। दर्शन की और लालस कीनी दे सफल अपने दिल चीनी। ਇਹ ਸੋਚ ਕੇ ਪੰਡਤ ਨੇ ਸੋਚਿਆ ਵੀ ਮੈਂ ਬੱਚੇ ਨੂੰ ਦੇਖਾਂ ਤਾਂ ਸਹੀ, ਇਹਦੇ ਅੰਗ ਕਿੱਦਾਂ ਦੇ ਹਨ, ਇਹ ਦਰਸ਼ਨ ਤਾਂ ਕਰਾਂ ਇਸ ਦੇ। ਇਹ ਲਾਲਸਾ ਪੰਡਤ ਹਰਦਿਆਲ ਨੇ ਮਨ ਵਿੱਚ ਕੀਤੀ ਹੈ। तोरा कालू सोपन दिज कही बालक मोहे दिखाए। ਤੇ ਕਹਿੰਦਾ ਐ ਕਰੋ ਮਹਿਤਾ ਜੀ, ਬੱਚੇ ਨੂੰ ਬਾਹਰ ਲੈ ਕੇ ਆਓ। ਹੁਣ ਠੰਡ ਦਾ ਮੌਸਮ ਹੈ, ਕੱਤੇ ਦਾ ਮਹੀਨਾ ਹੈ ਗੁਰੂ ਪਿਆਰੇ, ਔਰ ਬੱਚੇ ਦਾ ਹੁਣੇ ਜਨਮ ਹੋਇਆ, ਸਾਰੇ 6-7 ਘੰਟੇ ਪਹਿਲਾਂ ਹੋਇਆ। ਕੋਈ ਸਤਨਾਮ। ਇਸ ਕਰਕੇ ਪੰਡਤ ਹਰਦਿਆਲ ਕਹਿਣ ਲੱਗਿਆ ਮੈਂ ਬੱਚੇ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ, ਫੇਰ ਹੀ ਇਸ ਦਾ ਡੇਟ ਆਫ ਬਰਥ ਆਦਿ ਲਿਖਾਂਗਾ। सुनकर दाई दौलता लीनी शपथ बुलाए। ਮਹਿਤਾ ਜੀ ਨੇ ਕਿਹਾ ਦੌਲਤਾਂ ਦਾਈ ਮਾਤਾ ਗੱਲ ਸੁਣੋ। चौपई बालक आन बृप की पासा ताए गई सुन मद अवासा। ਐ ਕਰ ਬੱਚੇ ਨੂੰ ਕੱਪੜੇ ਚ ਲਪੇਟ ਕੇ ਉਹਦੇ ਲਿਆ। ਪੰਡਤ ਹਰਦਿਆਲ ਕਹਿੰਦਾ ਮੈਂ ਉਹਦੇ ਸਰੀਰ ਦੇ ਕੋਈ ਲੱਛਣ ਦੇਖਣੇ ਚਾਹੁੰਦਾ, ਉਹਦਾ ਕੋਈ ਹੱਥ ਪੈਰ, ਉਹਦੇ ਅੰਗ ਦੇਖਣੇ ਚਾਹੁੰਦਾ ਹਾਂ। जाचो बालक जनन दे जो किरपन तन प्रीत रखे। ਦਾਈ ਅੰਦਰ ਜਾ ਕੇ ਮਾਤਾ ਤ੍ਰਿਪਤਾ ਜੀ ਨੂੰ ਕਹਿੰਦੇ ਜੀ ਬੱਚੇ ਨੂੰ ਬਾਹਰ ਮੰਗਾਉਂਦੇ ਆ। ਮਾਤਾ ਕਹਿੰਦੀ ਬਿਲਕੁਲ ਨਹੀਂ, ਬੱਚਾ ਬਾਹਰ ਨਹੀਂ ਲੈ ਕੇ ਜਾਣਾ ਹਾਲੇ, ਕਿਉਂਕਿ ਮਾਤਾ ਹੋਸ਼ ਵਿੱਚ ਹੈ, ਠੀਕ ਠਾਕ ਹੈ ਹੁਣ। ਮਾਤਾ ਜੀ ਕਹਿੰਦੇ ਬੱਚਾ ਬਾਹਰ ਨਹੀਂ ਲੈ ਕੇ ਜਾਣਾ ਦਾਈ, ਕਿਉਂਕਿ ਕੱਤਕ ਦਾ ਮਹੀਨਾ ਹੈ, ਸਰਦੀ ਦਾ ਮੌਸਮ ਹੈ। ਇਹ ਬੱਚਾ ਹੁਣੇ ਤਾਂ ਜਨਮਿਆ, ਕਿਉਂ ਮੰਗਿਆ ਹੈ? कहे सरद रुत सर्दी लागे मृदल बाल बाहर कस मांगे। ਹਜੇ ਬੱਚੇ ਨੂੰ ਬਾਹਰ ਨਹੀਂ ਲਿਜਾਣਾ ਚਾਹੀਦਾ। ਉਹ ਬੱਚਾ ਬਾਹਰ ਕਿਉਂ ਜਾਣਾ ਚਾਹੁੰਦੇ ਹਨ? ਰਹਿਣ ਦਿਓ।
बाहर दिखा के बारंबारा जाचो देवता ते अत प्यारा। और कहन लगी माता कि फिर दिखा देंगे। उन्हें आके कहता जी वो दिंदे नहीं, माता जी कहते बाहर नहीं लेके जाना बच्चा। पंडित कहन लगे इन्हू कुछ नहीं हुंदागा, ये अवतारी पुरुष है, कोई आम बच्चा नहीं है, भेज दियो। जद बार बार मंगया ते माता जी ने भेज दिता है जी। लेकर दौलत बाहर आई आनन आरण जात सुहाई। और माता दौलता जी उन्होंने मोटे कपड़े तौलिए आदि विच लपेट करके अपने हाथ विच गोद विच लै करके पंडित दे कोल लेके आउंदे हन। लघु तन जोत विशाल विराजै जो बटके रूप लग छाजै। और पंडित ने अपनी बुक्कल विच साहिबजादे बाबे नानक नूं भाव उस बच्चे नूं रख लिया, जिसका नाम तो हजे रखना है, क्योंकि आपां इतिहास शुरू किया है ना। भावें आपां नूं पता है कि बाबा नानक सी, पर हजे उन्हां दा नाम नहीं रखिया, हजे उन्होंने बच्चा ही कहा जा रहा है। कोई सतनाम। तो उस बच्चे नूं मेहता अपने पंडित ने अपनी बुक्कल विच बिठा लंबा पाया और फिर उन्हां दे सुंदर शरीर नूं देखण लग्या है जी। दोहरा दिजवर आत्मतवान मन सर्ब लिंग पहचान। तो लिंग का मतलब है अंग, अंगां नूं कहंदे आ, हाथां पैरां नूं सारे अंगां दा नाम, जिवें इस्त्री लिंग, पुरख लिंग, लिंग पुलिंग आपां पढ़दे रहे हैं पढ़ाई दे विच, भाव इस्त्री ते मनुख अलग अलग। तो उसने गुरु प्यारो को आपकी पढ़ाई के मुताबिक जजमेंट की, ग्रंथां के मुताबिक कहते वेख करके बाबे नानक दे सुंदर स्वरूप नूं तीरथ और हरकत सरस ठांडा पियो सुजान। और पंडित हरदयाल बड़ा खुश होया, ਉਹਦੇ दिमाग विच पता नहीं की चल रहा। उन्हें आपदे ग्रंथ पढ़े आ, ਉਹ ग्रंथां विच लिखे लक्षणां दे मुताबिक चंगे लक्षण बाबे नानक दे शरीर चों वेख रहा है। इस करके कहंदे ਉਹ वेख करके ते माता नूं फड़ा करके बचा ते आप खड़ा हो गया है। चौपाई पुल क्यों परम प्रेम में मनुआ बंधन कर जान्यो निज तनुआ। और पुल क्यों रोम रोम खड़ा हो गया, हथ बन के खड़ा हो गया प्रेम दे विच, मन दे विच बड़ा प्रेम प्रति पैदा हो गया। हथ बन के उस बच्चे दे बाबे नानक दे चरणां ते नमस्कार करी जांदा है ते अपने आप नूं धन कही जांदा है। जो जन इष्ट देव को देखी त्यों उर में पा मौत बशेकी। जिवें कोई मनुख अपने गुरु देव नूं देख करके खुश हुंदा है, इन्ना पंडित हरदयाल बाबे नानक दे उस बच्चे दे दर्शन करके खुश हो रहा है जी। सब अंगन के सुंदर लक्षण लग्यो बिलोकन ब्रिप बिचक्षण। कहन लगे पंडित सारे सरीरक अंगां नूं देख करके उन्हां दे लक्षण, भाव साडे सब दे सरीर अलग अलग है, किसी दे पैर छोटे आ, किसी दे लंबे आ, किसी दी उंगलां लंबियां हुंदियां, किसी दियां मधरियां हुंदियां। ये कोई उन्हां दा हिसाब किताब है, आपां तां खैर गुरमत नाल लोग जुड़े हुए आ। मानस की जात सब है एक पहचान वो, करता करीम सोई राज कर रहीम होई, दूसरों न भेद कोई भूल पर मानवो। पर ये बड़ा खुश हो रहा है उस शरीर के लक्षण देख करके। आरण चरण पर मृदुल सुहावै जिम दल कोकना तंग दुत पावै। लाल रंग दे चरण हन छोटे छोटे मिर्दल कोमल कोमल, जिवें गुरु प्यारिओ कमल दे फुल दियां पत्तियां हुंदियां। पज अजान कंद सुबूचे कर्ज अरण जो नग होए सूचे। और बाहां लंमियां हैं, मोढे उच्चे, उन्हां दे ताहां नूं चढ़दे आ थोड़े थोड़े। और गुरु प्यारिओ उन्हां दे ਜਿਹੜੀਆਂ ਉਂਗਲਾਂ ਹਨ ਇਹ ਲੰਬੀਆਂ ਹਨ, ਲਾਲ ਹਨ ਤੇ ਉੱਪਰ ਨੌ ਜਿਹੜੇ ਹੈ ਬੜੇ ਸੁੰਦਰ ਹਨ, ਜਿਵੇਂ ਨਗ ਜੜੇ ਹੋਣ। ਕਰ ਸ਼ਾਖਾ ਇਕਸਾਰ ਵਿਸਾਲਾ ਔਰ ਆਯੁਤ ਸ਼ੋਭਤ ਛਬ ਛਾਲਾ। ਔਰ ਹੱਥਾਂ ਦੀਆਂ ਉਂਗਲਾਂ ਜਿਹੜੀਆਂ ਇੱਕਸਾਰ ਲੰਬੀਆਂ, ਬਿਲਕੁਲ ਸਿੱਧੀਆਂ, ਸੁੰਦਰ ਹੱਥ ਹੈ ਸਤਿਗੁਰਾਂ ਦਾ, ਇੱਕਸਾਰ ਉਂਗਲਾਂ ਔਰ ਅਜੁੱਤ ਛਾਤੀ ਚੌੜੀ ਹੈ ਔਰ ਚੌੜਾ ਹੀ ਮੱਥਾ ਹੈ ਉਹਨਾਂ ਦਾ। ਦਾਹਨ ਕਰ ਮੈਂ ਚਵਰ ਬਨਾਵਾ ਛਤਰ ਬਾਹ ਮੈਂ ਰੁਚਿਰ ਸੁਹਾਵਾ। ਸੱਜੇ ਹੱਥ ਵਿੱਚ ਚੌਰ ਦੀ ਨਿਸ਼ਾਨੀ ਹੈ ਤੇ ਖੱਬੇ ਵਿੱਚ ਛਤਰ ਦੀ ਨਿਸ਼ਾਨੀ ਹੈ। ਕੋਮਲ ਗੋਲ ਕਪੋਲ ਸੁਹਾਵਨ ਉਰਤ ਨਾਸਕਾ ਮੋਦ ਬੜਾਵਨ। ਨੱਕ ਲੰਬਾ ਹੈ ਔਰ ਤਿੱਖਾ ਹੈ ਤੇ ਉੱਚਾ ਹੈ। ਭਾਵ ਸੁੰਦਰ ਨੱਕ ਦੀ ਸੁੰਦਰਤਾ ਦੱਸੀ ਹੈ
ਉਨਤ ਨਾਸਕਾ ਮੋਦ ਵਡਾਵਨ ਖੁਸ਼ੀ ਦੇਣ ਵਾਲਾ ਸੁਖ ਦੇਣ ਵਾਲਾ ਚਿਹਰਾ ਬੜਾ ਸੁੰਦਰ ਹੈ ਬਾਬੇ ਨਾਨਕ ਦਾ। ਅਰਧੰ ਚਤਰਕਾਰ ਨਿਲਾਰੰ ਧਨ ਪ੍ਰਕੁਟੀ ਸੁਰਕੱਚ ਬਿਨ ਬਾਰੰ। ਔਰ ਜਿਹੜਾ ਆ ਮੱਥਾ ਹੈ ਨਾ ਇਹ ਅੱਧੇ ਚੰਦਰਮਾ ਜਿੰਨਾ ਚੌੜਾ ਹੈ। ਤਿਰਕੁਟੀ ਜਿਹੜੀ ਹੈ ਗੁਰੂ ਪਿਆਰਿਓ ਪਰ ਵੱਟੇ ਧਨੁੱਖ ਦੀ ਤਰ੍ਹਾਂ ਭਾਵ ਬੜੀ ਸੁੰਦਰਤਾ ਦੱਸ ਰਹੇ ਨੇ। ਸੁਨ ਕਾਲੂ ਸੁਤ ਤੋਏ ਵਿਚਚਨ ਇਸਮੇ ਲਿਖਿਅਤ ਬਾਤ ਸੋ ਲਛਣ। 32 ਇਸ ਬੱਚੇ ਵਿੱਚ 32 ਲੱਛਣ ਹਨ ਚੰਗੇ, ਜਿਹੜੇ ਮੈਂ ਦੇਖ ਰਿਹਾ ਸਾਡੇ ਗ੍ਰੰਥਾਂ ਦੇ ਮੁਤਾਬਕ ਮਹਿਤਾ ਜੀ। ਕਰ ਤਰ ਬਾਤ ਹੈ ਉਰਦਿਆਈ ਤਨ ਬੋ ਆਈ ਰੱਖੇ ਡਿਗਨਾਈ। ਇਹਦੀਆਂ ਤਲੀਆਂ ਉੱਚੀਆਂ ਨੇ, ਇਹ ਤਲੀਆਂ ਉੱਚੀਆਂ ਦੱਸਦੀਆਂ ਇਹਦੇ ਕੋਲੇ ਪੈਸਾ ਬਹੁਤ ਆਊਗਾ ਪਰ ਇਹਨੇ ਕੋਲੇ ਨਹੀਂ ਰੱਖਣਾ। ਪੜਿਓ ਸਮੁੰਦਰਕ ਮੈਂ ਬਹੁ ਸੋਦਾ ਸ਼ੁਭ ਗੁਰ ਸਾਬਿਸ ਮੈਂ ਹੈ ਕ੍ਰੋਧਾ। ਇਹ ਪੰਡਤਾਂ ਦਾ ਗ੍ਰੰਥ ਹੈ ਇੱਕ ਸਮੁੰਦਰਕ ਗ੍ਰੰਥ ਬਹੁਤ ਪੁਰਾਣਾ। ਕਹਿਣ ਲੱਗਿਆ ਮੈਂ ਉਹ ਗ੍ਰੰਥ ਪੜ੍ਹਿਆ ਹੋਇਆ ਸਮੁੰਦਰ ਗ੍ਰੰਥ, ਜਿਸ ਗ੍ਰੰਥ ਨੂੰ ਪੜ੍ਹ ਕੇ ਮੈਂ ਇਹ ਲੱਛਣ ਇਸ ਦੇ ਵੇਖ ਰਿਹਾ। ਉਹਨਾਂ ਲੱਛਣਾਂ ਦੇ ਮੁਤਾਬਕ ਇਹਦੇ ਵਿੱਚ 32 ਲੱਛਣ ਹਨ। ਮਹਿਮਾ ਅਮਿਤ ਮਨੇ ਮਹਿਮਾਨੀ ਹੈ ਅਵਤਾਰ ਸਤ ਚਿਤ ਜਾਨੀ। ਔਰ ਇਹ ਮੈਂ ਵੇਖ ਲਿਆ ਕਿ ਇਹ ਬੱਚਾ ਕੋਈ ਤੁਹਾਡਾ ਅਵਤਾਰ ਹੈ। ਦਿਜ ਦਰਸਾਏ ਤਾਏ ਦਿਗਮਾਤਾ ਦੀਨੋ ਜਾਏ ਜੋ ਸੁੰਦਰਤਾ ਤਾ। ਔਰ ਬੱਚੇ ਨੂੰ ਵਾਪਸ ਮੋੜ ਦਿੱਤਾ, ਕਹਿੰਦੇ ਜਾਓ ਮਾਤਾ ਕੋਲ ਛੱਡਿਓ। ਦੌਲਤਾਂ ਦਾਈ ਬੱਚੇ ਨੂੰ ਮਾਤਾ ਤ੍ਰਿਪਤਾ ਜੀ ਕੋਲ ਪਾਇ ਆਈ ਹੈ। ਚੌਪਈ ਨੰਦੀ ਮੁਖੰ ਸ਼ਰਾਧ ਕਰਵਾਇਓ ਬੇਦਨ ਬਿਦ ਜੋ ਪ੍ਰਿਪ ਬਤਾਇਓ। ਤੋ ਅਸੀਂ ਕਹਿੰਦੇ ਆ ਬੱਚਾ ਹੋਇਆ ਤਾਂ ਬਈ ਗੁਰੂ ਘਰ ਜਾ ਕੇ ਲੰਗਰ ਚਲਾਓ, ਸੇਵਾ ਕਰੋ। ਤੇ ਇਧਰ ਪੰਡਤ ਨੇ ਆਪ ਦੀ ਰੀਤੀ ਮੁਤਾਬਕ ਮਹਿਤਾ ਜੀ ਨੂੰ ਇੱਕ ਲੰਗਰ ਕਰਨ ਦਾ ਬਚਨ ਦਿੱਤਾ ਹੈ। ਕਾਲੂ ਕੈ ਨਾਮ ਸਿਸ ਰਾਖੋ ਬਰਨ ਸੋਧ ਸ਼ੁੱਧ ਮੁਝ ਸੋ ਭਾਖੋ। ਇਹ ਮਹਿਤਾ ਜੀ ਕਹਿੰਦੇ ਵੀ ਐਦਾਂ ਕਰੋ ਫਿਰ ਹੁਣ ਇਸ ਬੱਚੇ ਦਾ ਨਾਮ ਰੱਖ ਦਿਓ, ਇਸ ਬੱਚੇ ਦਾ ਨਾਮ ਰੱਖਣਾ ਕਰੋ। ਸੁਣ ਕਾਲੂ ਇਸ ਨਾਮ ਪਾਰਾ ਹੋ ਰਾਖੋ ਕਰ ਸੋਧ ਵਿਚਾਰਾ। ਪੰਡਤ ਕਹਿੰਦਾ ਵੀ ਐ ਨਹੀਂ ਇਹਦਾ ਨਾਮ ਰੱਖਿਆ ਜਾਂਦਾ, ਇਹਦੇ ਨਾਮ ਦੇ ਬਾਰੇ ਤਾਂ ਬਹੁਤ ਸੋਚਣਾ ਪੈਣਾ। ਮੈਂ ਅੱਜ ਇਹਦਾ ਨਾਮ ਨਹੀਂ ਰੱਖਦਾ। ਡੇਟ ਆਫ ਬਰਥ ਜਨਮ ਪੱਤਰੀ ਇਹਨੇ ਲਿਖ ਦਿੱਤੀ ਹੈ। ਆਪ ਨਿਜ ਕੁਲ ਕੀ ਕੀਜੀ ਚਾਲੀ ਜੋ ਜਾਤੀ ਤੈ ਭੇਜ ਨ ਖਾਲੀ। ਔਰ ਹੁਣ ਜੋ ਤੁਹਾਡੀ ਕੁਲ ਦਾ ਰੀਤੀ ਰਿਵਾਜ ਹੈ, ਛਤਰੀਆਂ ਦਾ, ਖੱਤਰੀਆਂ ਦਾ, ਬੇਦੀਆਂ ਦਾ, ਜੋ ਰੀਤੀ ਰਿਵਾਜ ਹੈ ਤੁਹਾਡੇ ਆਪਣੇ ਧਰਮ ਦੇ ਮੁਤਾਬਕ ਉਹ ਪੂਰੇ ਕਰੋ। ਦਰ ਤੇ ਕੋਈ ਮੰਗਤਾ ਆਉਂਦਾ ਉਹਨੂੰ ਖਾਲੀ ਨਾ ਮੋੜਿਓ। ਚੌਪਈ ਆਵੇ ਦਰਬੋ ਜਾਚਕ ਜਾਚੈ ਤਾਲਨ ਪੂਰ ਕਲੀਬ ਸੋ ਨਾਚੈ। ਬਈ ਇਹ ਤਾਂ ਗੱਲ ਹਵਾ ਵਾਂਗੂ ਫੈਲ ਗਈ। ਬਈ ਤਲਵੰਡੀ ਵਾਲੇ ਮਹਿਤਾ ਕਾਲੂ ਦੇ ਘਰ ਪੁੱਤਰ ਹੋਇਆ ਤੇ ਜਦੋਂ ਪਤਾ ਲੱਗਿਆ ਲੋੜਵੰਦਾਂ ਨੂੰ, ਮੰਗਤਿਆਂ ਨੂੰ ਤੇ ਖੁਸਰਿਆਂ ਨੂੰ ਤੇ ਭੰਡਾਂ ਨੂੰ ਤੇ ਮਰਾਸੀਆਂ ਨੂੰ ਜਿਵੇਂ ਜਿਵੇਂ ਪਤਾ ਲੱਗਦਾ ਜਾਂਦਾ ਚੱਲ ਪਏ, ਕਿਉਂਕਿ ਘਰ ਵੀ ਵੱਡਾ ਹੈ। ਕੋ ਸਤਨਾਮ ਵਾਹਿਗੁਰੂ। ਮਹਿਤਾ ਕਾਲੂ ਜੀ ਕਈ ਪਿੰਡਾਂ ਦੇ ਪਟਵਾਰੀ ਆ, ਰਾਏ ਬੁਲਾਰ ਨਾਲ ਦੋਸਤੀ ਹੈ। ਪਿੰਡ ਦਾ ਜੋ ਮੁਖੀ ਰਾਜਾ ਹੈ ਚੌਧਰੀ ਹੈ। ਇਹ ਛੋਟੇ ਰਾਜੇ ਵੱਜਦੇ ਸਨ ਚੌਧਰੀ ਆਦਿ, ਅੱਜ ਕੱਲ੍ਹ ਨੰਬਰਦਾਰ ਸਰਪੰਚ ਹੁੰਦੇ ਆ। ਤਾਂ ਗੁਰੂ ਪਿਆਰਿਓ ਕਹਿਣ ਲੱਗੇ ਇਹਨਾਂ ਦੇ ਦਰ ਤੇ ਕਲੀਬ ਭਾਵ ਖੁਸਰੇ ਪਹੁੰਚ ਗਏ। ਦਰ ਦੇ ਉੱਤੇ ਆ ਕੇ ਤਾਲੀਆਂ ਮਾਰਨ ਲੱਗੇ ਜੀ। ਢੋਲਕ ਟਲਕਾ ਘੁੰਗਰੂ ਤਾਰੀ ਤਾਲ ਮਿਲਾਵੇ ਲੇਪ ਵਾਲੀ। ਅਖਾੜਾ ਬਣਾ ਲਿਆ ਗੇਟ ਤੇ ਆ ਕੇ ਭਾਈ ਮਹਿਤਾ ਜੀ ਦੇ ਚੱਕਰ ਦੇ ਨਾਲ। ਵੇਖਣ ਵਾਲੇ ਲੋਕ ਵੀ ਆਉਣ ਲੱਗੇ ਤੇ ਇਹਨਾਂ ਨੇ ਫਿਰ ਖੁਸਰਿਆਂ ਨੇ ਨੱਚਣਾ ਸ਼ੁਰੂ ਕੀਤਾ। ਬਾਰ ਵਿੱਚ ਢੋਲਕ ਟੱਲੀਆਂ ਘੁੰਗਰੂ ਪੈਰਾਂ 'ਚ ਹੁੰਦੇ ਆ। ਇਹਨਾਂ ਸਾਰਿਆਂ ਦੀ ਤਾਲ ਮਿਲਾ ਕੇ ਨੱਚਣ ਲੱਗੇ ਜੀ। ਗਾਵੇ ਗੀਤ ਮధుਰ ਤੁਨ ਧਾਰੀ ਦੇ ਸੁਹਾਤੀ ਸੁੰਦਰ ਗਾਰੀ। ਔਰ ਖੁਸ਼ੀ ਦੇ ਗੀਤ ਗਾਉਣ ਲੱਗੀਆਂ ਇਹ ਖੁਸਰੇ ਜਿਹੜੇ ਹਨ ਸਾਰੇ ਰਲ ਕੇ। ਔਰ ਗਾਲ ਤੋਂ ਭਾਵ ਇੱਕ ਤਾਂ ਗਾਲ ਹੁੰਦੀ ਹੈ ਨਾ ਗੰਦੀ, ਇੱਥੇ ਪੈਸੇ ਲਿਖਦੇ ਆ ਕਹਿੰਦੇ ਸੋਹਣੀ ਗਾਲੀ ਭਾਵ ਦੋਹਰੇ ਸਿੱਖਣੀਆਂ। ਮਹਿਤਾ ਕਾਲੂ ਨੂੰ ਜਿਵੇਂ ਖੁਸਰਿਆਂ ਦਾ ਸੁਭਾਅ ਹੁੰਦਾ ਹੈ, ਕਦੇ ਦਾਦੀ ਨੂੰ ਕੁਛ ਕਹਿਤਾ, ਕਦੇ ਦਾਦੇ ਨੂੰ ਕੁਛ ਕਹਿਤਾ, ਕਦੇ ਬਾਪ ਨੂੰ, ਕਦੇ ਮਾਮੇ ਚਾਚਿਆਂ ਨੂੰ ਕੁਛ ਕਹਿਤਾ। ਭਾਵ ਉਹ ਹੁੰਦੀਆਂ ਗੱਲਾਂ ਵਧੀਆ ਹੀ ਨਾ, ਜਿਹਦੇ ਨਾਲ ਲੋਕਾਂ ਦੇ ਵਿੱਚ ਹਾਸਾ ਵੀ ਬਣਿਆ ਰਹਿੰਦਾ, ਖੁਸ਼ੀ ਬਣੀ ਰਹਿੰਦੀ ਆ।
ਔਰ ਇਹ ਵਧਾਈਆਂ ਦੇਈ ਜਾਂਦੇ ਆ, ਇਹ ਮਾਮੇ ਦੀ ਬੇਲ, ਇਹ ਨਾਨੇ ਦੀ ਬੇਲ, ਇਹ ਦਾਦੇ ਦੀ ਬੇਲ ਕਰਕੇ ਕਿਉਂ ਪੈਸੇ ਵੀ ਇਕੱਠੇ ਹੁੰਦੇ ਆ ਇਸ ਬਹਾਨੇ। ਫਿਰ ਦੂਜਾ ਕਹਿੰਦਾ ਮੈਂ ਨਾ ਪਿੱਛੇ ਰਹਿ ਜਾ, ਮੈਂ ਵੀ ਦੇ ਦਿਆਂ, ਮੇਰਾ ਵੀ ਨਾਮ ਬੋਲਣਗੇ। ਪੁਰਾਣੇ ਸਮੇਂ ਅਖਾੜਿਆਂ ਵਿੱਚ ਨਾ ਲੋਕ ਰੁਪਈਏ ਦਿੰਦੇ ਗਾਉਣ ਵਾਲਿਆਂ ਨੂੰ, ਤੇ ਗਾਉਣ ਵਾਲੇ ਉਹਨਾਂ ਨਾਲ ਵਧਾ ਚੜਾ ਕੇ ਨਾਮ ਦੱਸਦੇ ਉੱਚੀ ਦਿਨੇ ਬੋਲ ਕੇ, ਫਿਰ ਹੋਰ ਉੱਠ ਕੇ ਆਉਂਦੇ ਵੀ ਸਾਡਾ ਵੀ ਨਾਮ ਬੋਲਣਗੇ, ਮੈਂ ਵੀ 10 ਰੁਪਏ ਦੇ ਕੇ ਆਵਾਂ। ਆ ਢਾਡੀ ਵੀ ਆਪਣੇ ਲੱਗੇ ਹੁੰਦੇ ਆ ਕਈ ਵਾਰੀ। ਕਈ ਢਾਡੀ ਤਾਂ ਗੁਰੂ ਪਿਆਰਿਓ ਗਾਉਂਦੇ ਗਾਉਂਦੇ ਉਸ ਚੀਜ਼ ਨੂੰ ਵਿੱਚ ਹੀ ਛੱਡ ਕੇ ਨਾਂ ਹੀ ਬੋਲਣ ਲੱਗ ਜਾਂਦੇ ਆ। ਫਿਰ ਦੱਸਣਾ ਪੈਂਦਾ ਵੀ ਤੂੰ ਗਾਈ ਚੱਲ, ਇਹ ਪੈਸੇ ਤਾਂ ਆਈ ਜਾਣਗੇ। ਕੋ ਸਤਿਗੁਰੂ ਜੀ ਉਹ ਗੱਲ ਅਸਲੀ ਭੁੱਲ ਜਾਂਦੀ ਆ ਆਪਣੀ ਜਿਹੜੀ ਗਾ ਰਹੇ ਹੁੰਦੇ ਆ, ਨਾਂ ਹੀ ਬੋਲਣ ਜਾਂਦੇ ਆ, ਫਲਾਨਾ ਸਿਓ ਮੇਰਾ ਮਿੱਤਰ ਹੈ, ਮੇਰਾ ਚਾਚਾ, ਮੇਰਾ ਤਾਇਆ ਆਦਿ ਆਦਿ ਬੋਲ ਕੇ ਫਿਰ ਮਕਸਦ ਹੁੰਦਾ ਪੈਸੇ ਇਕੱਠੇ ਕਰਨ ਦਾ। ਤੋ ਖੈਰ ਬੋਲਣਾ ਚਾਹੀਦਾ, ਪਰ ਇਹਦਾ ਮਤਲਬ ਇਹ ਨਹੀਂ ਕਿ ਆਪਣੀ ਗੱਲ ਵਿੱਚੋਂ ਭੁਲਾ ਦਿਓ। ਅੱਗੇ ਚੱਲ ਗਏ ਆਪਾਂ, ਖੁਸਰੇ ਆ ਗਏ ਬਾਬੇ ਨਾਨਕ ਦੇ ਬਾਰ ਵਿੱਚ। ਮਹਿਤਾ ਕਾਲੂ ਦੇ ਬਾਰ ਵਿੱਚ ਨੱਚਣਾ ਸ਼ੁਰੂ ਕੀਤਾ ਗੁਰੂ ਪਿਆਰਿਓ ਉਹਨਾਂ ਨੇ, ਔਰ ਗੀਤ ਗਾਉਂਦੇ ਆ, ਸਿੱਠਣੀਆਂ ਦੋਹਰੇ ਸੁਣਾਉਂਦੇ ਆ ਨਾਲੇ। ਸਭੇ ਸ਼ਰੀਕਨ ਮਿਲ ਕਰ ਆਈ, ਭੂਕਨ ਬਸਨ ਧਰੇ ਛਬ ਛਾਈ। ਦਿਨ ਚੜ੍ਹਦੇ ਅੰਤਾ ਪਿੰਡ ਵਿੱਚ ਵੀ ਗੱਲ ਧੁੰਮ ਗਈ। ਮਹਿਤਾ ਕਾਲੂ ਦੇ ਰਾਤ ਪੁੱਤਰ ਹੋਇਆ ਕੁੜੇ, ਚਲੋ ਚੱਲ ਗਏ। ਸ਼ਰੀਕਨ ਹੁੰਦਾ ਆਂਢ ਗੁਆਂਢ ਦੀਆਂ ਚਾਚੀਆਂ ਤਾਈਆਂ, ਕੋਈ ਗੁਰੂ ਪਿਆਰਿਓ ਤ੍ਰਿਪਤਾ ਜੀ ਦੀਆਂ ਦਰਾਣੀਆਂ, ਕੋਈ ਜਠਾਣੀਆਂ, ਕੋਈ ਵੱਡੀਆਂ, ਕੋਈ ਛੋਟੀਆਂ, ਕੋਈ ਚਾਚੀਆਂ, ਕੋਈ ਭਤੀਜੀਆਂ। ਸ਼ਰੀਕਨ ਭਾਵ ਨਗਰ ਨਿਵਾਸੀ ਬੇਦੀ ਕੁਲ ਦੇ ਲੋਕ, ਉਹਨਾਂ ਦੀਆਂ ਘਰਾਂ ਵਾਲੀਆਂ ਬੀਬੀਆਂ, ਇਸਤਰੀਆਂ। ਗੁਰੂ ਪਿਆਰਿਓ ਉਹ ਵੀ ਸ਼ਿੰਗਾਰ ਕਰਕੇ, ਨਵੇਂ ਕੱਪੜੇ ਪਾ ਕੇ, ਗਹਿਣੇ ਆਦਿ ਪਾ ਕੇ, ਕਿਉਂਕਿ ਸਮਾਗਮ ਚੱਲ ਰਹੇ ਆ। ਮਹਿਤਾ ਕਾਲੂ ਦੇ ਘਰੇ ਪੁੱਤਰ ਹੋਇਆ, ਉਹਨਾਂ ਦੇ ਖੁਸਰੇ ਨੱਚਣ ਆਏ ਆ। ਚਲੋ ਆਪਾਂ ਵੀ ਦੇਖ ਕੇ ਆਈਏ। ਪਿੰਡ ਦੀਆਂ ਬੀਬੀਆਂ ਇਕੱਠੀਆਂ ਹੋ ਰਹੀਆਂ। ਗੱਜ ਗਾ ਮਣ ਕੇ ਖੰਜਣ ਨੈਣੀ, ਨਾਗਰ ਗੀਤ ਗਾਏ ਪਿਕ ਬੈਣੀ। ਇਸ ਤਰ੍ਹਾਂ ਗੁਰੂ ਪਿਆਰਿਓ ਜਿਹੜੇ ਖੁਸਰੇ ਹਨ, ਉਹ ਗੁਰੂ ਪਿਆਰਿਓ ਅਨੇਕਾਂ ਤਰ੍ਹਾਂ ਦੇ ਗੀਤ ਗਾ ਕੇ ਸਭ ਨੂੰ ਖੁਸ਼ ਕਰ ਰਹੇ ਹਨ। ਬਰਨ ਬਰਨ ਪਟ ਪਹਿਰਨ ਵੀਨਾ, ਕੱਟ ਜਿਨ ਚੀਨ ਅਰੋਜਨ ਪੀਨਾ। ਉਹ ਜਿਹੜੀਆਂ ਸ਼ਰੀਕੇ ਕਬੀਲੇ ਦੀਆਂ ਬੀਬੀਆਂ, ਕੋਈ ਲੜਕੀਆਂ, ਕੋਈ ਬਹੁਤੀਆਂ, ਕੋਈ ਵੱਡੀਆਂ ਬਜ਼ੁਰਗ ਮਾਈਆਂ, ਜਿਹੜੀਆਂ ਨਵੀਆਂ ਵਹੀਆਂ, ਉਹ ਤਾਂ ਚੰਗੇ ਸ਼ਿੰਗਾਰ ਕਰਕੇ ਆਈਆਂ। ਔਰ ਗੁਰੂ ਪਿਆਰਿਓ ਬਰਨਵਾਨ ਰੰਗ ਬਰੰਗੇ ਰੰਗਦਾਰ ਕੱਪੜੇ ਉਹਨਾਂ ਦੇ ਪਾਏ ਹੋਏ ਨੇ, ਔਰ ਆ ਕੇ ਉਸ ਮਰਾਸੀਆਂ ਵਾਲੇ ਆਪਣਾ ਜਿੱਥੇ ਖੁਸਰੇ ਨੱਚ ਰਹੇ ਆ ਉੱਥੇ ਆ ਗਈਆਂ ਹਨ। ਅਲੰਕਾਰ ਨਗ ਕੰਚਨ ਪੀਨੇ, ਕਰਨਪੂਰ ਬਰ ਬੇਸਰ ਕੀਨੇ। ਭਾਈ ਸਾਹਿਬ ਜੀ ਫਿਰ ਜਿਹੜੀ ਗੱਲ ਨੂੰ ਸ਼ੋਅ ਲੈਂਦੇ ਆ, ਸਿਰੇ ਲਾ ਕੇ ਛੱਡਦੇ ਆ। ਕਹਿੰਦੇ ਬੀਬੀਆਂ ਨੇ ਬੜੇ ਸੁੰਦਰ ਕੱਪੜੇ ਪਾਏ ਆ, ਸੁੰਦਰ ਗਹਿਣੇ ਪਾਏ ਆ, ਸੋਨੇ ਚਾਂਦੀ ਦੇ ਨਗ ਜੜੀਆਂ ਹੋਈਆਂ ਮੁੰਦਰੀਆਂ ਪਾਈਆਂ, ਕੰਨਾਂ ਦੇ ਵਿੱਚ ਸੁੰਦਰ ਕਾਂਟੇ ਪਾਏ ਹਨ। ਬੇਸਰ ਸਿਰ ਤੇ ਸੱਗੀਆਂ ਫੁੱਲੀਆਂ ਲਾਈਆਂ ਹੋਈਆਂ। ਸੋਦਰ ਕਟਕਾ ਅੰਗਦ ਕੰਗਨ, ਸ਼ਬਦ ਕਰੀ ਜੇ ਪਹਿਰੇ ਅੰਗਨ। ਔਰ ਹੱਥਾਂ ਦੇ ਵਿੱਚ ਕੰਗਣ ਸਗਲੇ ਪਾਏ ਹੋਏ ਐ, ਤੇ ਜਦੋਂ ਚੱਲਦੀਆਂ ਤੇ ਇਹ ਮਧੁਰ ਮਧੁਰ ਆਵਾਜ਼ ਵਿੱਚ ਪੈਰਾਂ ਦੇ ਵਿੱਚ ਝਾਂਜਰਾਂ ਪਾਈਆਂ, ਘੁੰਗਰੂ ਖੜਕਦੇ ਆਵਾਜ਼ ਕਰਦੇ ਹਨ। ਪਈ ਪਈ ਪੌਨ ਮੈਂ ਭਾਰੀ ਪੀਰਾ, ਵੀ ਉਚਾ ਕੀ ਤੁਨੀ ਗਬੀਰਾ। ਮਹਿਤਾ ਕਾਲੂ ਜੀ ਦੇ ਵਿਹੜੇ ਵਿੱਚ ਕਾਫੀ ਇਕੱਠ ਹੋ ਗਿਆ ਗੁਰੂ ਪਿਆਰਿਓ, ਔਰ ਇਹ ਇਕੱਠ ਖੁਸ਼ੀ ਦਾ ਹੈ। ਸਾਰੇ ਖੁਸ਼ੀ ਵਿੱਚ ਮਿਲ ਕਰਕੇ ਖੁਸ਼ੀ ਨੂੰ ਵਧਾਉਣ ਆਏ ਨਾ। ਕਪਟ ਬੇਸ ਜੈ ਦੇਵ ਬਦੁੱਟੀ, ਗਾਵੇ ਮਨੋ ਜਗਤ ਸੁਖ ਲੂਟੀ। ਔਰ ਇਹ ਸਜਾਵਟੀ ਸਰੂਪ ਉਹਨਾਂ ਇਸਤਰੀਆਂ ਦਾ ਉਸ ਮਹਿਤਾ ਕਾਲੂ ਜੀ ਦੇ ਵਿਹੜੇ ਵਿੱਚ ਹੋਏ ਇਕੱਠ ਦਾ ਮੁਕਾਬਲਾ ਭਾਈ ਸਾਹਿਬ ਦੇਵਤਿਆਂ ਨਾਲ ਕਰ ਰਹੇ ਆ। ਕਹਿੰਦੇ ਐ ਲੱਗਦੇ ਆ ਜਿਵੇਂ ਦੇਵੀਆਂ ਆਕਾਸ਼ ਲੋਕ ਚੋਂ ਆਈਆਂ ਹੋਣ। ਹੈ ਤਾਂ ਇੱਥੋਂ ਦੀਆਂ ਬੀਬੀਆਂ, ਪਰ ਸੁੰਦਰਤਾ ਕਰਕੇ ਕਹਿੰਦੇ ਜਿਵੇਂ ਦੇਵੀ ਦੇਵਤੇ ਹੀ ਉਤਰ ਆਏ ਹਨ। ਕਾਲੂ ਆਤ ਹੈ ਮੰਗਲ ਸਾਜੇ, ਦਰ ਪਰ ਲਗ ਨਿਸ਼ਾਨ ਸ਼ੁਭ ਬਾਜੇ। ਔਰ ਕਾਲੂ ਦੇ ਘਰ ਵਿੱਚ ਇਉਂ ਖੁਸ਼ੀ ਦੇ ਗੀਤ ਗਾਏ ਜਾਣ ਲੱਗੇ। ਦਰ ਦੇ ਉੱਤੇ ਲਘੂ ਨਿਸ਼ਾਨ, ਛੋਟੀਆਂ ਛੋਟੀਆਂ ਢੋਲਕੀਆਂ। ਨਿਸ਼ਾਨ ਢੋਲ ਨੂੰ ਵੀ ਕਹਿੰਦੇ ਆ, ਔਰ ਨਿਸ਼ਾਨ ਸਾਹਿਬ ਨੂੰ ਵੀ ਕਹਿੰਦੇ ਆ। ਤੋ ਮਹਿਤਾ ਕਾਲੂ ਦੇ ਦਰ ਦੇ ਉੱਤੇ ਇਉਂ ਛੋਟੀਆਂ ਛੋਟੀਆਂ ਢੋਲਕੀਆਂ ਵੱਜ ਰਹੀਆਂ। ਤੁਸੀਂ ਜਦ ਹਜੂਰ ਸਾਹਿਬ ਜਾਂਦੇ ਹੋ ਨਾ, ਜਦੋਂ ਡਿਓੜੀ ਚੋਂ ਵੜਦੇ ਹੋ ਤੇ ਵੜਦੇ ਆ ਸੱਜੇ ਪਾਸੇ ਨਾ 4 5 6 7 ਬੰਦੇ ਬੈਠੇ ਆ, ਉੱਥੋਂ ਦੇ ਬੇਸ ਵਿੱਚ ਹੀ ਉਹਨਾਂ ਕੋਲੇ ਛੋਟੀਆਂ ਛੋਟੀਆਂ ਢੋਲਕੀਆਂ ਤੇ ਮਿੰਨੀ ਮਿੱਠੀ 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 ਆਵਾਜ਼ ਵਿੱਚੋਂ ਵਜਾਉਂਦੇ ਆ। ਇੱਕੋ ਹੀ ਸ਼ਬਦ ਗਾਉਂਦੇ ਰਹਿੰਦੇ ਆ, ਹਮ ਘਰ ਸਾਜਣੇ ਆਏ, ਸੱਚ ਮੰਗਲ ਗਾਏ। ਇਸ ਤਰ੍ਹਾਂ ਇਹ ਸ਼ਬਦ ਹੈ ਗੁਰਬਾਣੀ ਦਾ।
ਤਾਂ ਇਹ ਸ਼ਬਦ ਹੀ ਗਾਉਂਦੇ ਰਹਿੰਦੇ ਆ। ਸੰਗਤਾਂ ਦੇ ਆਉਣ ਵਿੱਚ ਉਹਨਾਂ ਨੂੰ ਜਿਉਂ ਆਇਆ ਕਹਿੰਦੇ ਆ। ਮਾਨੋ ਕੋ ਸਤਨਾਮ ਜੀ ਵਾਹਿਗੁਰੂ। ਉਹਨੇ ਡਿਊਟੀ ਲਾਈ ਹੋਈ ਆ, ਉਹ ਪੱਕੇ ਹੀ ਬੈਠੇ ਰਹਿੰਦੇ ਆ ਉੱਥੇ ਰੋਜ਼ਾਨਾ ਅੰਮ੍ਰਿਤ ਵੇਲੇ ਸੁਬਾਹ ਸ਼ਾਮ ਗਾਉਂਦੇ ਆ। ਇਸੇ ਤਰ੍ਹਾਂ ਮਹਿਤਾ ਕਾਲੂ ਦੇ ਦਰ ਦੇ ਉੱਤੇ ਇਸ ਤਰ੍ਹਾਂ ਢੋਲਕੀਆਂ ਲੈ ਕੇ ਛੋਟੀਆਂ ਛੋਟੀਆਂ ਵਜਾ ਰਹੇ ਨੇ ਔਰ ਖੁਸਰਿਆਂ ਨੇ ਆਪਣਾ ਪਿੰਡ ਬੰਨਿਆ ਹੋਇਆ ਹੈ। ਢਾਡੀ ਪਾਟ ਜੋ ਮੰਗਨਹਾਰੀ ਪਾਈ ਦਰਬ ਕੋ ਬੁਲਣ ਉਚਾਰੀ। ਔਰ ਮਹਿਤਾ ਕਾਲੂ ਜੀ ਨੇ ਫਿਰ ਜਿਹੜਾ ਵੀ ਆਇਆ ਇਸ ਦਰ ਦੇ ਉੱਤੇ ਢਾਡੀ ਭੱਟ ਭਾਵ ਮਰਾਸੀ ਖੁਸਰੇ ਜੋ ਵੀ ਆਏ ਸਭ ਨੂੰ ਮਾਇਆ ਵੰਡੀ ਹੈ। ਨਰ ਨਾਰੀ ਬੋਧਿਤ ਵਧਾਈ ਦਰ ਪਰ ਪੀਰ ਭਰੀ ਅਧਿਕਾਈ। ਔਰ ਬੀਬੀਆਂ ਕਿਆ ਮਨੁੱਖ ਕਿਆ ਬੀਬੀਆਂ ਨਨਕਾਣਾ ਸਾਹਿਬ ਰਾਏ ਭੋਗੀ ਤਲਵੰਡੀ ਦੇ ਆਂਢੀ ਗਵਾਂਢੀ ਸਰੀਕੇ ਕਬੀਲੇ ਦੇ ਲੋਕ ਮਹਿਤਾ ਕਾਲੂ ਜੀ ਨੂੰ ਵਧਾਈਆਂ ਦੇ ਰਹੇ ਹਨ ਕਿ ਤੁਹਾਡੇ ਪੁੱਤਰ ਹੋਇਆ ਵਧਾਈਆਂ। ਔਰ ਮਹਿਤਾ ਜੀ ਵੀ ਉਹਨੂੰ 100 ਗੁਣੀਆਂ ਕਰਕੇ ਮੋੜਦੇ ਆ, ਭਾਈ ਤੁਹਾਨੂੰ ਵੀ 100 ਗੁਣੀਆਂ ਹੋਣ। ਦੋਨੋਂ ਚਿੱਤ ਲਖਿਓ ਜੋ ਜੈਸਾ ਦਿੱਤ ਪਿਓ ਕਾਲੂ ਤਿਨ ਤੈਸਾ। ਤਾਂ ਹੁਣ ਜਿਹਨੂੰ ਜੋ ਦੇਣਾ ਬਣਦਾ ਸੀ ਮਹਿਤਾ ਕਾਲੂ ਜੀ ਨੇ ਕਿਸੇ ਪੱਕਲੋਂ ਕੰਜੂਸੀ ਨਹੀਂ ਕੀਤੀ। ਮਰਾਸੀਆਂ ਨੂੰ ਭੱਟਾਂ ਨੂੰ ਹੋ ਲੋੜਵੰਦਾਂ ਨੂੰ ਵਧਾਈਆਂ ਦੇਣ ਵਾਲੀਆਂ ਬੀਬੀਆਂ ਨੂੰ ਵੀ ਮਹਿਤਾ ਜੀ ਨੇ ਮਠਿਆਈ ਵੀ ਆਦਿ ਲਿਆ ਕੇ ਰੱਖ ਲਈ, ਉਹ ਵੀ ਦੇਣੀ ਕੀਤੀ ਜੀ। ਦੋਹਰਾ ਕਾਲੂ ਤਬ ਸਾਬਿਤ ਕਰੀ ਜੋ ਬੇਦੀ ਕੁਲ ਰੀਤ। ਜੋ ਬੇਦੀ ਕੁਲ ਦੀ ਰੀਤ ਸੀ ਉਹ ਸਭ ਕੁਝ ਮਹਿਤਾ ਕਾਲੂ ਜੀ ਨੇ ਕੀਤਾ ਹੈ। ਔਰ ਇਸ ਤਰ੍ਹਾਂ ਅੱਜ ਖੁਸ਼ੀਆਂ ਮਨਾਈਆਂ ਗਈਆਂ। ਅੱਗੇ ਕੀ ਹੁੰਦਾ ਇਹ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਪਣ ਕਰਾਂਗੇ। ਸਮਾਂ ਸਮਾਪਤੀ ਤੇ ਆ, ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਆਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनास। हे पूरन हे सर्व मैं पंचन गुणतास। हे संगी हे निरंकार हे निर्गुण सब टेक। हे गोविंद हे गुण निदान जाके सदा विवेक। हे अपरंपर हर हरे हो बनहार। हे संत कै सदा संग तारा आधार। हे ठाकुर हो दास रो निर्गुण गुण नहीं कोई। नानक दीजै नाम दान राखो ये परोए। आए प्रभ शरणागति कृपा निध दयाल। एक अखर हर मन बसत नानक होत निहाल। एक ओंकार सतगुरु प्रसाद सच हुए। वाहिगुरु जी की फतेह विघ्न है। विनाशन सोए। वाहिगुरु जी की फतेह विघ्न है। विनाशन सोए। वाहिगुरु जी का खालसा वाहिगुरु जी की फतेह।